निकड़ी सूई वटवा धागा बैठ कसीदा कढ़ रही हाँ आउंदे जांदे राही पुछदे तू क्यों बीबा रो रही है। स्वागत जी आयां नू प्रोग्राम गल्लां ते गीत। मैं वरुण कौर मान। बाबल मेरे काज रचाया मैं परदेसण हो रही हाँ। नहीं, मैं परदेसण नहीं हो रही। जेड़े गल नाल मैं प्रोग्राम की शुरुआत की ना, निकड़ी सूई वटवा धागा, उसकी गल कर रही हाँ। जिहड़ी कढ़ाई हुंदी है ना, कसीदा एक कढ़ाई तो है। कदे तुहाड़ियां सदरां नाल जुड़ी है। माँ कढ़ाई कढ़दी हुंदी सी कि धी नूं दाज विच दे सके, गां दे गां निशानी जांदी सी। घरां दे विच सजाउण दे लई चीज़ां नूं जरिए बहुत घट होया करदे सी, पर कढ़ाई सब तो अहम होया करदी सी। हौली हौली वो कढ़ाई फैशन बनी, हौली हौली वो कढ़ाई अलोप होण लगी, हौली हौली कढ़ाई जिहड़ी है फिर लोकां दे सामणे आउण लगी क्योंकि लोग जागरूक होण लगे। साडे पूरे भारत दे विच हर स्टेट दे विच कोई ना कोई चीज़ मशहूर है जिस दे विच कढ़ाइयां दा नाम भी सब तो मोहरे आउंदा है। हुण तुसीं आप ही देख लो, पंजाब दी गल हुंदी है ते उत्थे फुलकारी ना होवे, इदां कदे हो सकदा है? नहीं हुंदा। इदां ही बस सारे भारत दे विच बहुत सारियां कढ़ाइयां ने, किवें बणीਆਂ, किहड़ी उन्हां दी खासियत है, किवें उन्हां नूं पहचानिया जावे, वो असली ने कि नकली ने। आई नो बहुत सवाल है, पर सारे सवाल मैं पूछने ने साडे अज दे मेहमान तो, जिन्हां दा नाम है डॉक्टर हरप्रीत कौर, HOD ने, यानी कि हैड ऑफ द डिपार्टमेंट फैशन डिजाइनिंग डिपार्टमेंट KMV जलंधर, यानी कि कन्या महाविद्यालय जलंधर तो ने। बहुत बहुत स्वागत जी आया डॉक्टर हरप्रीत। सत श्री अकाल सारे श्रोतावां नूं। और सब तो पहले मैं DD पंजाबी ਤੇ ਗੁਰਮੇਲ ਸਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਮੈਨੂੰ ਮੇਰੇ ਬਹੁਤ ਹੀ ਪਿਆਰੇ ਟੌਪਿਕ ਤੇ ਜਿਹੜੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਉਹਦੇ ਤੇ ਗੱਲ ਕਰਨ ਵਾਸਤੇ ਸੱਦਾ ਦਿੱਤਾ। ਅੱਜ ਆਪਾਂ ਐਮਬਰਾਇਡਰੀ ਦੀ ਯਾਨੀ ਕਿ ਕਢਾਈਆਂ ਦੀ ਗੱਲ ਕਰਨੀ ਆ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਬਜ਼ੁਰਗ ਬੀਬੀਆਂ ਨੇ ਨਾ, ਉਹ ਬਹੁਤ ਖੁਸ਼ ਹੋਣਗੀਆਂ ਕਿਉਂਕਿ ਉਹਨਾਂ ਦੇ ਜ਼ਮਾਨੇ ਦੇ ਵਿੱਚ ਇੱਕ ਇਹ ਬਹੁਤ ਵੱਡਾ ਆਰਟ ਮੰਨਿਆ ਜਾਂਦਾ ਸੀ, ਬਹੁਤ ਵੱਡੀ ਕਲਾ। ਔਰ ਜਦੋਂ ਜਦੋਂ ਉਹਨਾਂ ਦੀ ਉਮਰ ਹੋਣ ਲੱਗੀ ਤੇ ਬਹੁਤ ਸਾਰੀਆਂ ਚੀਜ਼ਾਂ ਅਲੋਪ ਵੀ ਉਹਨਾਂ ਨੂੰ ਹੋਣ ਲੱਗੀਆਂ ਹੋਣਗੀਆਂ। ਇੱਕ ਤਾਂ ਉਹਨਾਂ ਨੂੰ ਪਸੰਦ ਆਏਗਾ ਅੱਜ ਦਾ ਪ੍ਰੋਗਰਾਮ, ਦੂਸਰਾ ਜਿਹੜੇ ਫੈਸ਼ਨ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਪਸੰਦ ਆਏਗਾ, ਹੈ ਨਾ। ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਇਸ ਗੱਲ ਤੋਂ ਕਰਨੀ ਹੈ ਕਿ ਅਸੀਂ ਬਾਜ਼ਾਰ ਚੱਲ ਗਏ, ਸਾਨੂੰ ਦੁਕਾਨਦਾਰ ਨੇ ਧੱਕੇ ਨਾਲ ਕਹਿਤਾ ਲੈ ਜਾਓ ਬੀਬੀ, ਲੈ ਜਾਓ ਲੈ ਜਾਓ, ਹੱਥ ਦੀ ਕਢਾਈ ਆ, ਪਰ ਅਸੀਂ ਲੁੱਟ ਹੋ ਗਏ। ਸੋ ਕਿਵੇਂ ਪਤਾ ਲੱਗੇ ਕਿ ਇਹ ਮਸ਼ੀਨ ਦੇ ਉੱਤੇ ਕੱਢੀ ਹੋਈ ਕਢਾਈ ਹੈ ਕਿ ਹੱਥ ਨਾਲ ਕੱਢੀ ਹੋਈ ਕਢਾਈ ਹੈ? बहुत ही अच्छा सवाल है वरुण, क्योंकि हथ की कढ़ाई कोई भी कोई जिवें मैं साड़ी पाई हुई है, अगर इनू कढ़ाई करन वास्ते 3 महीने लगे और यदि कोई नकल कर ले और कहे जी ये हथ की कढ़ाई है जो कि कुछ ही घंटियां हो जाती है मशीन द्वारा, तो फिर जिहड़ा जायज़ जिस बंदे ने मेहनत करके इनू बनाया है, इन्ने मतलब महीने लगाए है, तो ओदी वो मेहनत का उन्होंने पूरा मेहनताना मिलना चाहिए। सो अगर तुसी देखोगे जिहड़ी हथ की कढ़ाइयां वो तो किते ना किते तुहानू नॉट नज़र आएगी, जिन्हों आपां टांका कहने जां गंढ बजी हुई। जिस जिवें तुसी भी कश्मीरी कढ़ाई पाई है जी, तुसी अगर ओदा पल्ला पुट्ठा करोगे तो देखो ਤੁਹਾਡੇ ਪੱਲੇ 'ਚ ਤੁਹਾਨੂੰ ਇੰਜ ਛੋਟੇ ਨੋਟਸ ਨਜ਼ਰ ਆ ਰਹੇ? ਨਹੀਂ, ਮੇਰੀ ਮਸ਼ੀਨ ਦੀ ਲੱਗ ਰਹੀ ਹੈ ਮੈਨੂੰ ਜੀ। ਤੇ ਅਗਰ ਇਸ ਤਰ੍ਹਾਂ ਦੇ ਛੋਟੇ ਟਾਂਕੇ ਗੰਡਾ ਨਜ਼ਰ ਆਣਗੇ, ਕਿਉਂਕਿ ਹੱਥ ਦੀ ਸੂਈ 'ਚ ਇੱਕ ਇੰਨਾ ਕੁ ਅਸੀਂ ਧਾਗਾ ਪਾ ਸਕਦੇ ਹਾਂ ਜੀ, ਪਰ ਮਸ਼ੀਨ ਵਿੱਚ ਤੇ ਲੰਬਾ ਧਾਗਾ ਪੂਰੀ ਰੀਲ ਲੱਗੀ ਹੁੰਦੀ ਹੈ। ਸੋ ਇਸ ਕਰਕੇ ਜਦੋਂ ਵੀ ਹੱਥ ਦੀ ਕਢਾਈ ਹੋਏਗੀ ਤੁਹਾਨੂੰ ਕੱਟੇ ਹੋਏ ਧਾਗੇ ਛੋਟੇ ਛੋਟੇ ਨਾਲ ਨਾਲ ਨਜ਼ਰ ਆਣਗੇ। ਸੋ ਇਹਦੇ ਤੋਂ ਪਤਾ ਲੱਗਦਾ ਹੈ ਪੁੱਠੇ ਸਾਈਡ ਤੋਂ ਕਿ ਕੀ ਉਹ ਹੱਥ ਦੀ ਕਢਾਈ ਹੈ, ਗੰਡਾ ਨਜ਼ਰ ਆਣਗੀਆਂ, ਚਾਹੇ ਉਹ ਲੁਕੋਵੀਆਂ ਹੀ ਹੋਣ, ਛੋਟੀਆਂ ਹੋਣ, ਜਿਵੇਂ ਮੇਰੀ ਇਸ ਸਾੜੀ 'ਚ ਹੈ, ਪਰ ਉਹ ਜ਼ਰੂਰ ਨਜ਼ਰ ਆਣਗੀਆਂ। ਸਿੱਧੀ ਤੇ ਸਪਸ਼ਟ ਗੱਲ ਹੈ। ਅੱਜ ਤੋਂ ਬਾਅਦ ਜੇ ਤੁਹਾਨੂੰ ਪਿੱਛੇ ਬਹੁਤ ਸਫਾਈ ਨਜ਼ਰ ਆ ਰਹੀ ਹੈ, ਪੁੱਠਾ ਪਾਸਾ ਕਰਕੇ ਦੇਖਣਾ ਆਪਣਾ, ਇਹਦਾ ਮਤਲਬ ਉਹ ਮਸ਼ੀਨ ਦਾ ਆ। ਜੇ ਸਫਾਈ ਮਤਲਬ ਕਿ ਥੋੜੇ ਥੋੜੇ ਟਾਂਕੇ ਕਿਤੇ ਨਜ਼ਰ ਆ ਰਹੇ, ਗੰਡਾ ਨਜ਼ਰ ਆ ਰਹੀ ਹੈ, ਤੇ ਉਹ ਹੱਥ ਦਾ ਹੈ। ਹੁਣ ਆਪਾਂ ਆਉਂਦੇ ਆ ਪੰਜਾਬ ਤੇ, ਕਿਉਂਕਿ ਆਪਾਂ ਪੰਜਾਬ 'ਚ ਬੈਠੇ ਆ। ਸ਼ੁਰੂਆਤ ਪੰਜਾਬ ਤੋਂ ਹੋਏਗੀ। ਫੁਲਕਾਰੀ ਆ ਜੀ ਭੈਣ ਜੀ, ਲੈ ਜਾਓ ਲੈ ਜਾਓ ਫੁਲਕਾਰੀ ਆ, ਬਾਗ ਗਈ ਆ ਭੈਣ ਜੀ, ਲੈ ਜਾਓ ਲੈ ਜਾਓ ਬਾਗ ਗਈ ਆ। ਸੋ ਬਾਗ ਤੇ ਫੁਲਕਾਰੀ ਦਾ ਅੰਤਰ ਸਾਨੂੰ ਕਿੱਦਾਂ ਸਮਝ ਆਊਗਾ? ਤੇ ਇਹ ਹੱਥ ਦੇ ਨੇ ਮਸ਼ੀਨ ਦੇ ਨੇ ਤਾਂ ਤੁਸੀਂ ਦੱਸ ਹੀ ਦਿੱਤਾ। ਹਾਂ, ਫੁਲਕਾਰੀ ਮੀਨਸ ਫੁੱਲ ਹੋ ਗਏ ਖਿੜੇ ਹੋਏ ਸੋਹਣੇ ਗੁੱਲ ਫੁੱਲ, ਹੈ ਨਾ। ਗੁਲਕਾਰੀ ਇਹਨੂੰ ਪਰਸ਼ੀਆ 'ਚ ਕਿਹਾ ਜਾਂਦਾ, ਜਿੱਥੋਂ ਇਹ ਆਈ ਹੈ। ਪੂਰੀ ਕਢਾਈ ਸਾਡੀ ਕਾਫੀ ਉੱਥੋਂ ਉਹਦੀ ਸ਼ੁਰੂਆਤ ਹੋਈ ਹੈ, ਤੇ ਉੱਥੇ ਉਹਨੂੰ ਗੁਲਕਾਰੀ ਕਹਿੰਦੇ, ਸਾਡੇ ਇੱਥੇ ਫੁਲਕਾਰੀ ਫਲਾਵਰਸ। ਤੇ ਫੁਲਕਾਰੀ ਹੋਈ। ਹੁਣ ਤੁਸੀਂ ਪੁੱਛਿਆ ਅਗਲਾ ਸਵਾਲ ਕਿ ਬਾਗ ਔਰ ਫੁਲਕਾਰੀ 'ਚ ਕੀ ਫਰਕ ਹੈ? ਅਗਰ ਫੁੱਲਾਂ ਨਾਲ ਭਰ ਜਾਵੇ ਬਾਗ, ਪੂਰਾ ਮਤਲਬ ਤੁਹਾਨੂੰ ਕੱਪੜਾ ਹੀ ਨਾ ਥੱਲੇ ਦਿਖੇ, ਤੇ ਉਹਨੂੰ ਕਹਿੰਦੇ ਬਾਗ।
ਜੇ ਅਗਰ ਬਿਲਕੁਲ ਜਿਹੜਾ ਉਹਦੇ ਅੰਦਰ ਲੱਗਿਆ ਹੋਇਆ ਹੈ ਸੂਤੀ ਕੱਪੜਾ ਖੱਦਰ ਨਾ ਨਜ਼ਰ ਆਏ ਤੇ ਉਹ ਬਾਗ ਹੈ। ਤੇ ਇਹ ਫਰਕ ਹੈ ਦੋਨਾਂ ਵਿੱਚ। ਹੁਣ ਜਿਵੇਂ ਮੈਂ ਤੁਹਾਨੂੰ ਦਿਖਾਵਾਂਗੀ ਕਿ ਸਾਡੇ ਕੋਲ ਫੁਲਕਾਰੀ ਵਿੱਚ ਵੀ ਨਵੇਂ ਸਰੂਪ ਵਿੱਚ ਇਹ ਨਵੀਂ ਕਲਰ ਕੰਬੀਨੇਸ਼ਨ ਹੈ। ਆਪਾਂ ਪੁਰਾਣੀ ਫੁਲਕਾਰੀ ਦੇਖਦੇ ਸੀ ਤੇ ਉਹ ਇਸ ਤਰ੍ਹਾਂ ਦੇ ਰੰਗ ਦੇ ਉੱਤੇ ਹੁੰਦੀ ਸੀ, ਹੈ ਨਾ, ਗਹਿਰੇ ਰੰਗ ਦੇ ਉੱਤੇ ਮਰੂਨ ਰੈੱਡ ਇਹ ਕਲਰ ਹੁੰਦੇ ਸੀਗੇ, ਲਾਲ ਪਖਵੇ, ਕਿਉਂਕਿ ਤੁਸੀਂ ਜਿਵੇਂ ਸ਼ੁਰੂ ਵਿੱਚ ਦੱਸਿਆ ਕਿ ਇਹ ਸਾਡੇ ਸੋਹਣੀਆਂ ਰਸਮਾਂ ਨਾਲ ਜੁੜੇ ਹੋਏ ਸੀ ਕਿ ਜਦੋਂ ਕੁੜੀ ਵਿਆਹੀ ਜਾਂਦੀ ਹੈ ਤੇ ਹੈ ਨਾ ਦਾਦੀ ਦਾ ਕੱਢਿਆ ਨਾਨੀ ਦਾ ਕੱਢਿਆ ਸਾਲੂ ਸਿਰ ਤੇ ਲੈਂਦੀ ਹੈ ਨਾ, ਜਾਂ ਆਪਾਂ ਜਦੋਂ ਆਪਣੇ ਫੋਕ ਡਾਂਸਿਸ ਨਾਚ ਦੇਖੀਏ ਉਹਦੇ ਵਿੱਚ ਕੁੜੀਆਂ ਇਹਦਾ ਇਸਤੇਮਾਲ ਕਰਦੀ ਸੀ। ਪਰ ਇਹ ਮੈਂ ਖਾਸ ਤੌਰ ਤੇ ਫੁਲਕਾਰੀ ਲਿਆਈ ਹਾਂ ਕਿ ਕਈ ਵਾਰ ਸਾਨੂੰ ਇਹ ਗਹਿਰੇ ਰੰਗ ਹਰ ਵਾਰੀ ਨਹੀਂ ਪਸੰਦ ਆਉਂਦੇ ਕਿਉਂਕਿ ਸਮੇਂ ਨਾਲ ਸਾਡੀ ਚੋਇਸਿਸ ਬਦਲ ਰਹੀਆਂ ਤੇ ਇਹ ਜਿਹੜਾ ਬੇਸ ਹੈ ਇਹਦਾ ਲਾਈਟ ਬੇਸ ਦੇ ਉੱਤੇ ਉਹੀ ਚਟਕੀਲੇ ਰੰਗ ਹੈ ਤੇ ਆਪਾਂ ਸਰੂਪ ਬਦਲ ਕੇ ਉਸ ਚੀਜ਼ ਨੂੰ ਜ਼ਿੰਦਾ ਰੱਖੀਏ, ਮੇਰੀ ਇਹ ਸਭ ਤੋਂ ਵੱਡੀ ਗੁਜ਼ਾਰਿਸ਼ ਹੈ। ਔਰ ਉਦਾਂ ਵੀ ਲੋਕ ਜਿਹੜੇ ਨੇ ਨਾ ਹੁਣ ਹਰ ਚੀਜ਼ ਦੇ ਵਿੱਚ ਵੈਰਾਈਟੀ ਭਾਲਦੇ ਨੇ ਕਿ ਹੁਣ ਇਹ ਵੈਰਾਈਟੀ ਕੀ ਹੈ ਤੁਹਾਡੇ ਕੋਲ। ਇਹ ਦੇਖੋ ਬਰਨ, ਅੱਛਾ ਲੱਗ ਰਿਹਾ? ਬਹੁਤ ਅੱਛਾ ਹੈ, ਤੁਸੀਂ ਮੈਨੂੰ ਦੇ ਰਹੇ ਹੋ। ਜ਼ਰੂਰ ਦੇਾਂਗੇ। ਇਹ ਫੁਲਕਾਰੀ ਦਾ ਨਵਾਂ ਸਰੂਪ ਬਣਾਇਆ ਕਿਉਂਕਿ ਹਰ ਬੱਚਾ ਅੱਜ ਕੱਲ੍ਹ ਉਹ ਚਾਦਰਾ ਵੱਡਾ ਜਿਹਾ ਲੈ ਕੇ ਜਾਂ ਮਤਲਬ ਦੁਪੱਟਾ ਲੈਣਾ ਪਸੰਦ ਨਹੀਂ ਕਰਦੇ ਬੱਚੇ, ਪਰ ਅਸੀਂ ਆਪਣੀ ਵਿਰਾਸਤ ਨੂੰ ਜੀਵਿਤ ਰੱਖਣਾ ਹੈ। ਹੁਣ ਇਹਦੇ ਵਿੱਚ ਹੀ ਅਸੀਂ ਦੇਖੋ ਇਹ ਹਾਰ ਸੀ ਗਲੇ ਦਾ, ਹੈ ਨਾ? ਹਾਂ, ਇਹ ਹਾਰ ਸੀਗਾ, ਤਾਂ ਹੀ ਮੈਂ ਤੁਹਾਨੂੰ ਇੱਥੇ ਲਗਾ ਕੇ ਦਿਖਾਇਆ। ਹੁਣ ਇਹ ਦੇਖੋ, ਇਹ ਵੀ ਆਪਾਂ ਗਲੇ 'ਚ ਪਾ ਸਕਦੇ ਹਾਂ, ਪਰ ਇਹਦੇ ਵਿੱਚ ਨਾਲ ਡੈਨਿਮ ਲਗਾਇਆ ਹੋਇਆ ਹੈ ਨਾ, ਜੋ ਬੱਚਿਆਂ ਨੂੰ ਪਸੰਦ ਆਉਂਦਾ ਹੈ। ਜੀਨਸ ਦਾ ਮਟੀਰੀਅਲ ਲੱਗਿਆ ਹੋਇਆ ਨਾਲ, ਤੇ ਉਹ ਜਦੋਂ ਬੱਚੇ ਪਾਉਂਦੇ ਤੇ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਲੇਟੈਸਟ ਟੱਚ ਹੈ, ਕੰਟੈਂਪਰੇਰੀ ਟੱਚ ਨਜ਼ਰ ਆਉਂਦਾ ਹੈ। ਕਿਉਂਕਿ ਅੱਜ ਕੱਲ ਪੈਂਟਸ ਦੇ ਨਾਲ ਵੀ ਤੁਸੀਂ ਜਦੋਂ ਇਹਨੂੰ ਪਾਓਗੇ ਹੈ ਨਾ ਤੇ ਉਹ ਸੋਹਣਾ ਲੱਗੇਗਾ, ਬਹੁਤ ਫੱਬੇਗਾ ਉਹਦੇ ਨਾਲ। ਸੋ ਇਸ ਤਰੀਕੇ ਨਾਲ ਮੈਂ ਕਹਿਣਾ ਚਾਹ ਰਹੀ ਹਾਂ ਕਿ ਆਪਾਂ ਪੁਰਾਣੀਆਂ ਆਪਣੀ ਜਿਹੜੀ ਸਾਡੀ ਵਿਰਾਸਤ ਹੈ ਉਹਨੂੰ ਜੀਵਿਤ ਰੱਖ ਸਕਦੇ ਹਾਂ, ਉਹਨਾਂ ਨੂੰ ਇੱਕ ਨਵਾਂ ਸਰੂਪ ਦੇ ਕੇ। ਉਹੀ ਗੱਲ ਹੈ ਨਾ ਕਿ ਸਾਨੂੰ ਹੌਲੀ ਹੌਲੀ ਬਦਲਾਅ, ਸਮਾਜ ਦਾ ਨਿਯਮ ਆ, ਕੁਦਰਤ ਦਾ ਨਿਯਮ ਆ, ਬਦਲਾਅ ਤਾਂ ਹੋ ਰਿਹਾ, ਪਰ ਇਸ ਹਿਸਾਬ ਦਾ ਨਾ ਹੋਵੇ ਕਿ ਅਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਭੁੱਲ ਜਾਈਏ। ਹੁਣ ਤੁਸੀਂ ਦੇਖੋ, ਮੈਂ ਕਦੇ ਕਦੇ ਸੋਚਦੀ ਹੁੰਦੀ ਆ ਕਿ ਇੱਕ ਸਿਰਫ ਨਾਮ ਹੈ ਕਿਸੇ ਬ੍ਰਾਂਡ ਦਾ, ਉਹਨੂੰ ਕੁਝ ਨਹੀਂ ਲੱਗਾ ਹੋਇਆ, ਬਿਲਕੁਲ, ਔਰ ਉਹ 1-1 ਲੱਖ ਦਾ ਪਰਸ ਵਿਕ ਰਿਹਾ, 2-2 ਲੱਖ ਦਾ ਪਰਸ ਵਿਕ ਰਿਹਾ, ਹੈ ਨਾ, 40-40 ਹਜ਼ਾਰ ਦੇ ਬੂਟ ਵਿਕ ਰਹੇ ਨੇ, ਸਿਰਫ ਇੱਕ ਬ੍ਰਾਂਡ ਦਾ ਨਾਮ ਹੋਣ ਦੇ ਨਾਲ, ਲੋਗੋ ਲੱਗਾ ਹੁੰਦਾ। ਹਾਂਜੀ, ਲੋਗੋ ਲੱਗਾ। ਤੇ ਦੂਸਰੇ ਪਾਸੇ ਸਾਡੇ ਇਹ ਕਾਰੀਗਰ ਜਿਹੜੇ ਭਾਰਤ ਦੇ ਇੰਨੀ ਮਿਹਨਤ ਕਰ ਰਹੇ ਨੇ, ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਤੁਸੀਂ ਬੜੀ ਅੱਛੀ ਗੱਲ ਛੇੜੀ ਹੈ, ਜਿਵੇਂ ਬੈਗ ਦੀ ਗੱਲ ਕੀਤੀ ਹੈ। ਹੁਣ ਇਹ ਵਾਲਾ ਬੈਗ ਦੇਖੋ, ਇਹ ਕਸ਼ਮੀਰ ਦੀ ਕਢਾਈ ਹੈ, ਇਹਦੇ ਉੱਤੇ ਚਿਨਾਰ ਦਾ ਪੱਤਾ ਹੈ ਨਾ, ਤੇ ਇਹ ਬੈਗ ਹੁਣ ਮੈਨੂੰ ਲੱਗਦਾ ਹੈ ਕਿ ਯੂਨੀਕ ਹੈ, ਬਿਲਕੁਲ ਅਲੱਗ ਹੈ। ਜਦੋਂ ਤੁਸੀਂ ਲੈ ਕੇ ਜਾਓਗੇ ਤੁਹਾਡੇ ਕੱਪੜਿਆਂ ਦੇ ਨਾਲ ਵੀ ਜਚੇਗਾ ਔਰ ਇੱਕ ਅਲੱਗ ਪਹਿਚਾਨ ਦੇਗਾ। ਇਸੇ ਤਰੀਕੇ ਨਾਲ ਇਹ ਕਾਂਥਾ ਦਾ ਪਰਸ ਹੈ, ਦੇਖੋ, ਕਲਚ ਬੈਗ ਜਿਹਨੂੰ ਕਹਿੰਦੇ ਹੈ ਨਾ, ਤੇ ਇਹਦੇ ਉੱਤੇ ਕਿੰਨੀ ਬਰੀਕੀ ਦੀ ਕਢਾਈ ਹੈ ਔਰ ਡਿਜ਼ਾਈਨਿੰਗ ਹੈ, ਉਹ ਕਾਬਿਲੇ ਤਾਰੀਫ ਹੈ। ਔਰ ਇਹਦੀ ਕੀਮਤ ਅਗਰ ਮੈਂ ਤੁਹਾਨੂੰ ਦੱਸਾਂਗੀ ਤੇ ਤੁਸੀਂ ਹੈਰਾਨ ਰਹਿ ਜਾਓਗੇ। ਜ਼ਿਆਦਾ ਡਰ ਵਾਲੀ ਤਾਂ ਸਿਰਫ 1000 ਰੁਪਇਆ ਲਿੱਤਾ ਉਸ ਵਿਚਾਰੇ ਕਾਰੀਗਰ ਨੇ ਮੇਰੇ ਤੋਂ। ਬਹੁਤ ਖੂਬ। ਤੇ ਇਹ ਇੰਨਾ ਬਰੀਕ ਕੰਮ ਹੈ, ਅੱਗੇ ਪਿੱਛੇ ਇੰਨਾ ਖੂਬਸੂਰਤ ਕੰਮ ਹੋਇਆ ਹੈ। ਤੇ ਮੈਂ ਕਹਿੰਦੀ ਹਾਂ ਕਿ ਮੈਂ ਇੱਕ ਆਹਵਾਨ ਕਰਾਂਗੀ, ਸਭ ਨੂੰ ਗੁਜ਼ਾਰਿਸ਼ ਕਰਾਂਗੀ, ਸਾਡੇ ਸ਼ਰੋਤਾਵਾਂ ਨੂੰ, ਕਿ ਇੰਨੇ ਮਹਿੰਗੇ ਫੋਰਨ ਬ੍ਰਾਂਡਸ ਦੇ ਉੱਤੇ ਪੈਸਾ ਖਰਚਣ ਦੀ ਥਾਂ ਤੇ ਅਸੀਂ ਆਪਣੇ ਕਾਰੀਗਰਸ ਨੂੰ, ਉਹਨਾਂ ਨੂੰ ਸਹਿਯੋਗ ਦਈਏ, ਆਪਣੀ ਵਿਰਾਸਤ ਨੂੰ ਨਾਲ ਦੀ ਨਾਲ ਅਸੀਂ ਬਚਾਵਾਂਗੇ। ਔਰ ਤੁਸੀਂ ਵੀ ਤਾਂ ਦੇਖੋ, ਅੱਜ ਕੱਲ ਕਿੰਨੇ ਸਾਰੇ ਅੰਤਰਰਾਸ਼ਟਰੀ ਪੱਧਰ ਦੇ ਵੀ ਜਿਹੜੇ ਡਿਜ਼ਾਈਨਰ ਨੇ, ਉਹ ਭਾਰਤ ਦਾ ਕੰਮ ਆਪਣੇ ਫੈਸ਼ਨ ਸ਼ੋਜ਼ ਦੇ ਵਿੱਚ ਦਿਖਾ ਰਹੇ ਆ। ਬਿਲਕੁਲ, ਆਪਣੇ ਬਹੁਤ ਸਾਰੇ ਨੈਸ਼ਨਲ ਡਿਜ਼ਾਈਨਰ ਜਿਹੜੇ ਰਾਸ਼ਟਰੀ ਡਿਜ਼ਾਈਨਰ ਨੇ, ਉਹ ਵੀ ਸਾਡੀਆਂ ਲੋਕਲ ਕਢਾਈਆਂ ਨੂੰ ਕਿੰਨਾ ਜ਼ਿਆਦਾ ਮਹੱਤਵ ਦੇ ਰਹੇ ਆ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬਰੁਨ। ਜੋ ਵੀ ਸਸਟੇਨੇਬਲ ਫੈਸ਼ਨ ਦੀ ਕਿਉਂਕਿ ਅੱਜ ਕੱਲ ਗੱਲ ਹੋ ਰਹੀ ਹੈ, ਤੇ ਸਸਟੇਨੇਬਿਲਿਟੀ ਦਾ ਇੱਕ ਸਭ ਤੋਂ ਵੱਡਾ ਸਰੂਪ ਹੈ ਕਿ ਪੀਪਲ ਜਾਂ ਕਾਰੀਗਰ ਨੂੰ ਅਸੀਂ ਸਪੋਰਟ ਕਰੀਏ। ਸੋ ਜਿਵੇਂ ਤੁਸੀਂ ਫੁਲਕਾਰੀ ਦੀ ਗੱਲ ਕੀਤੀ ਸੀ ਤੇ ਮਨੀਸ਼ ਮਲਹੋਤਰਾ ਨੇ ਆਪਣਾ ਪੂਰਾ ਸ਼ੋਅ ਇਹਦੇ ਉੱਤੇ ਕੀਤਾ। ਹੁਣ ਰਿਤੂ ਕੁਮਾਰ ਦੀ ਗੱਲ ਕਰੀਏ ਤੇ ਉਹਨਾਂ ਨੇ ਚਿਕਨਕਾਰੀ ਦੇ ਉੱਤੇ ਮਤਲਬ ਪੂਰਾ ਕੰਮ ਆਪਣਾ ਕੀਤਾ। ਇਸੇ ਤਰੀਕੇ ਨਾਲ ਮਤਲਬ ਹਰ ਕੋਈ ਨਾ ਕੋਈ ਡਿਜ਼ਾਈਨਰ ਨੇ ਕੋਈ ਨਾ ਕੋਈ ਏਰੀਆ ਆਪਣਾ ਚੁਣਿਆ ਹੋਇਆ ਹੈ ਜਿਹਦੇ ਉੱਤੇ ਉਹ ਕੰਮ ਕਰ ਰਹੇ ਹੈ। ਰਿਤੂ ਕੁਮਾਰ ਦੇ ਬਲੌਕ ਪ੍ਰਿੰਟਸ ਵੀ ਬਹੁਤ ਮਸ਼ਹੂਰ ਹੈ। ਬਿਲਕੁਲ। ਸੋ ਆਬੂ ਜਾਨੀ ਸੰਦੀਪ ਖੋਸਲਾ ਹੈ, ਫਾਲਗੁਨੀ ਸ਼ੇਨ ਪੀਕॉक ਹੈ, ਕਿੰਨੇ ਹੀ ਨਾਮ ਮੈਂ ਮਤਲਬ ਜਿੰਨੇ ਵੀ ਇੰਡੀਅਨ ਡਿਜ਼ਾਈਨਰ ਦੀ ਗੱਲ ਕਰਾਂ, ਹੈ ਨਾ, ਤੇ ਉਹ ਸਭੀ ਇਸ ਨਵੀਂ ਚੀਜ਼ ਨੂੰ ਸਪੋਰਟ ਕਰ ਰਹੇ ਹੈ। ਹੁਣ ਕਸ਼ਮੀਰ ਦੀ ਗੱਲ ਚੱਲ ਹੀ ਰਹੀ ਹੈ ਤੇ ਕਸ਼ਮੀਰ ਵੱਲ ਆਪਾਂ ਆਈ ਜਾਂਦੇ ਆ। ਕਸ਼ਮੀਰੀ ਕਢਾਈ
ਜਿਹਨੂੰ ਕਸੀਦਾ ਵੀ ਕਹਿੰਦੇ ਨੇ, ਇਹਦਾ ਥੋੜਾ ਬੈਕਗ੍ਰਾਉਂਡ ਇਹਦਾ ਕਿੱਦਾਂ ਇਹ ਸ਼ੁਰੂ ਹੋਈ ਆ ਔਰ ਇਹਦੇ ਚ ਕਿਹੜੇ ਜਿਹੜੇ ਸਟਿਚ ਆ ਜਿਹਨੂੰ ਆਪਾਂ ਟਾਂਕਾ ਕਹੀਦਾ, ਕਿਹੜੇ ਟਾਂਕੇ ਦੀ ਵਰਤੋਂ ਕੀਤੀ ਜਾਂਦੀ ਆ? ਬਿਲਕੁਲ, ਕਸ਼ਮੀਰੀ ਕਢਾਈ ਨੂੰ ਕੱਲੇ ਲੋਕੀ ਜੋੜਦੇ ਸੋਜ਼ਨੀ ਨਾਲ। ਸੋਜ਼ਨੀ ਸੂਈ ਦਾ ਕੰਮ ਹੈ ਜੋ ਮੈਂ ਪਾਇਆ ਹੋਇਆ। ਸੋ ਇਸੇ ਹਿਸਾਬ ਨਾਲ ਜਿਵੇਂ ਇਹ ਵਾਲੀ ਕਢਾਈ ਵੀ ਹੈ, ਇਹ ਸ਼ਾਲ ਦਾ ਪੱਲਾ ਬਣਿਆ ਹੋਇਆ ਹੈ, ਇਹਦੇ ਵਿੱਚ ਸੋਜ਼ਨੀ ਕਢਾਈ ਹੈ, ਠੀਕ ਹੈ। ਪਰ ਨਾਲ ਹੀ ਨਾਲ ਤੁਸੀਂ ਦੇਖੋਗੇ ਕਿ ਇਹਦੇ ਉੱਤੇ ਕੁਝ ਚਮਕ ਵੀ ਧਰਿਆ ਵਿੱਚ। ਹਾਂ, ਇਹ 골ਡਨ ਜਿਹੜਾ ਹਿੱਸਾ ਚਮਕ ਰਿਹਾ ਇਹਦੇ ਉੱਤੇ, ਸੁਨਹਿਰੀ ਜਿਹੜਾ ਹਿੱਸਾ ਚਮਕ ਰਿਹਾ, ਉਹ ਚਾਂਦੀ ਦਾ ਧਾਗਾ ਹੈਗਾ ਜਿਹਦੇ ਉੱਤੇ ਸੋਨੇ ਦਾ ਪਾਣੀ ਚੜਾਇਆ ਜਾਂਦਾ ਹੈ ਤੇ ਉਹਨੂੰ ਵੀ ਕੱਢਿਆ ਜਾਂਦਾ ਹੈ ਨਾਲ ਦੇ ਨਾਲ। ਤੇ ਇਹ ਉੱਥੇ ਦੀ ਜ਼ਰਦੋਜ਼ੀ ਔਰ ਸਪੈਸ਼ਲ ਕਢਾਈ ਹੈ। ਨਾਲ ਹੀ ਨਾਲ ਅਗਰ ਹੁਣ ਤੁਸੀਂ ਦੇਖੋਗੇ, ਅਗਰ ਕਸ਼ਮੀਰ ਦੀ ਅਸੀਂ ਗੱਲ ਕੀਤੀ ਹੈ ਤੇ ਇਹ ਐਂਟੀਕ ਪੁਰਾਣਾ ਟਾਂਕਾ ਹੈ। ਅਗਰ ਆਪਾਂ ਕਸ਼ਮੀਰ ਦਾ ਹੀ ਹੈ, ਬਿਲਕੁਲ, ਅਗਰ ਆਪਾਂ ਇਹਨੂੰ ਦੇਖਾਂਗੇ ਤੇ ਇਹ ਇੰਨਾ ਬਰੀਕ ਕੰਮ ਹੈ, ਐਂਟੀਕ ਹੈ, ਅੱਜ ਤੋਂ 100 ਸਾਲ ਪੁਰਾਣਾ ਸ਼ਾਲ ਹੈ। ਤੇ ਅਗਰ ਤੁਸੀਂ ਇਹਦੇ ਵਿੱਚ ਦੇਖੋਗੇ ਤੁਸੀਂ ਟਾਂਕਾ ਹੀ ਨਹੀਂ ਪਹਿਚਾਨ ਪਾਓਗੇ, ਛਾਪੇ ਵਾਂਗ ਲੱਗ ਰਿਹਾ ਹੈ। ਦੂਰੋਂ ਦੇਖਣ ਵਾਲੇ ਨੂੰ ਨਾ ਇਦਾਂ ਲੱਗੇਗਾ ਕਿ ਇਹ ਪ੍ਰਿੰਟ ਕੀਤਾ ਹੋਇਆ, ਬਿਲਕੁਲ, ਜਦਕਿ ਇਹ ਕਢਾਈ ਹੈ। ਇਹ ਮਹਿੰਗਾ ਵੀ ਤਾਂ ਫਿਰ ਉਨਾ ਹੀ ਹੋਏਗਾ ਨਾ, ਲੋਕ ਸਸਤਾ ਵੀ ਤਾਂ ਭਾਲਦੇ ਨੇ। ਪਰ ਦੇਖੋ, ਅਗਰ ਅਸੀਂ 1 ਲੱਖ ਰੁਪਏ ਦਾ ਬੈਗ ਲੈ ਸਕਦੇ ਹਾਂ ਜੋ ਕਿ ਬਿਲਕੁਲ ਸਿੰਥੈਟਿਕ ਮਟੀਰੀਅਲ ਤੋਂ ਬਣਿਆ ਹੈ, ਤੇ ਫਿਰ ਇਹ ਤੇ ਪਿਆਰ ਹੈ, ਇਹਦੇ 'ਚ ਮਿਹਨਤ ਹੈ, ਨਿੱਘ ਹੈ, ਤੇ ਇਹਨੂੰ ਤੇ ਮੈਨੂੰ ਲੱਗ ਰਿਹਾ ਹੈ ਜ਼ਿਆਦਾ ਇਨਵੈਸਟਮੈਂਟ ਵੱਡੀ ਹੈ ਔਰ ਇਹਦੀ ਕੀਮਤ ਸਾਲ ਦਰ ਸਾਲ ਵੱਧਦੀ ਜਾਂਦੀ ਹੈ। ਅੱਛਾ ਜੀ। ਅੱਜ ਕੱਲ ਜਿਵੇਂ ਮੈਂ ਕਿਹਾ 100 ਸਾਲ ਪੁਰਾਣਾ ਸ਼ਾਲ ਹੈ ਤੇ ਇਹ ਕਲੈਕਟਰ ਆਈਟਮ ਹੈ। ਤੇ ਅਗਰ ਕੁਝ ਲੋਕ ਮੇਰੇ ਵਰਗੇ ਹੋਰ ਬਣ ਜਾਣ ਜੋ ਕਿ ਕਲੈਕਟਰ ਵਾਂਗ ਇਹਨੂੰ ਖਰੀਦਣ। ਇੰਨਾ 100 ਸਾਲ ਪੁਰਾਣਾ ਸ਼ਾਲ ਤੁਹਾਡੇ ਕੋਲ ਆਇਆ ਕਿੱਥੋਂ? ਮੇਰੇ ਅੰਕਲ ਹੈ, ਮੈਂ ਕਿਉਂਕਿ ਕਸ਼ਮੀਰ ਵਿੱਚ ਪਲੀ ਵੱਡੀ ਹੋਈ ਹਾਂ, ਉੱਥੇ ਹੀ ਪੈਦਾ ਹੋਈ ਹਾਂ, ਤੇ ਮੈਨੂੰ ਬਹੁਤ ਕਢਾਈਆਂ ਦਾ ਸ਼ੌਂਕ ਹੈ। ਤਾਂ ਹੀ ਮੈਂ ਸ਼ੁਰੂ ਵਿੱਚ ਕਿਹਾ ਕਿ ਇਸ ਸਬਜੈਕਟ ਦਾ ਮੈਨੂੰ ਪੈਸ਼ਨ ਹੈ। ਤੇ ਇਸ ਤਰ੍ਹਾਂ ਹੀ ਹੈ, ਦੇਖੋ ਇੱਕ ਹੋਰ ਇਹ ਵੀ ਕਸ਼ਮੀਰ ਦਾ ਹੀ ਹੈ ਜੀ, ਇਹ ਵੀ ਐਂਟੀਕ ਸ਼ਾਲ ਹੈ ਜੀ। ਇਹਦੇ ਵਿੱਚ ਦੇਖੋਗੇ ਤੇ ਇਹ 2 ਸ਼ਾਲਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਹੁਣ ਇਹਦਾ ਕੰਮ ਦੀ ਗੱਲ ਤੁਸੀਂ ਪੁੱਛ ਰਹੇ ਸੀਗੇ, ਇਹਦਾ ਜਿਹੜਾ ਕੰਮ ਹੈ ਇਹ ਪਾਰਸੀ ਵਰਕ ਵਰਗਾ ਲੱਗ ਰਿਹਾ, ਜਿਵੇਂ ਉਹ ਭਰਵਾਂ ਸਟਿਚ ਹੁੰਦਾ ਸੀ। ਹੁਣ ਕਸ਼ਮੀਰੀ ਕਢਾਈ 'ਚ ਲੋਕੀ ਸੋਚਦੇ ਕਿ ਸਿਰਫ ਇੱਕੋ ਤਰੀਕੇ ਦੇ ਜਾਂ 2 ਤਰੀਕੇ ਦੇ ਭਰਵੇਂ ਟਾਂਕੇ, ਬਟ ਇਹਦੇ 'ਚ ਹੈਰਿੰਗ ਬੋਨ, ਚੇਨ ਸਟਿਚ ਜਿਵੇਂ ਤੁਸੀਂ ਪਾਇਆ ਉਹ ਵੀ ਕਸ਼ਮੀਰ ਦਾ, ਪਰ ਉਹ ਆਰੀ ਨਾਲ ਕੰਮ ਕੀਤਾ ਗਿਆ, ਉਹ ਕਰੂਅਲ ਵਰਕ ਹੈ। ਸੋ ਇਹਦੇ 'ਚ ਦੇਖੋ ਇਹ 2-3 ਪੱਟੀਆਂ ਜੁੜੀਆਂ ਹੋਈਆਂ, ਤੁਸੀਂ ਦੇਖੋਗੇ ਆ ਜੋੜ ਦਿਖ ਰਿਹਾ ਮੈਨੂੰ, ਇਹ ਜੋੜ ਦਿਖ ਰਿਹਾ, ਬ੍ਰਾਊਨ ਕਲਰ ਦਾ ਜੋੜ, ਬਲੈਕ ਕਲਰ ਦਾ ਜੋੜ ਜੀ। ਤੇ ਇਹ 2-3 ਅਲੱਗ-ਅਲੱਗ ਸ਼ਾਲਸ ਤੋਂ ਕੱਢੀਆਂ ਹੋਈਆਂ ਪੱਟੀਆਂ ਹੈ ਜਿਨ੍ਹਾਂ ਨੂੰ ਨਵਾਂ ਸਰੂਪ ਦੇ ਕੇ ਇੱਕ ਪੂਰਾ ਨਵਾਂ ਸ਼ਾਲ ਤਿਆਰ ਹੋਇਆ। ਇਹ ਪਹਿਲਾਂ ਵੱਖਰੀਆਂ ਪੱਟੀਆਂ ਦੇ ਉੱਤੇ ਕਢਾਈ ਕੱਢੀ ਗਈ ਜੀ? ਨਹੀਂ, ਇਹ 2 ਪੁਰਾਣੇ ਸ਼ਾਲ ਸੀ ਜਿਨ੍ਹਾਂ ਦੀ ਪੱਟੀਆਂ ਨੂੰ ਕੱਟ ਕੇ ਵਾਪਸ ਨਵਾਂ ਸਰੂਪ ਦਿੱਤਾ ਗਿਆ, ਐਂਟੀਕ ਸ਼ਾਲ। ਹੁਣ ਕੋਈ ਕਹੇਗਾ ਜੀ ਕਢਾਈ ਤੇ ਖਰਾਬ ਹੋ ਜਾਂਦੀ ਹੈ, ਕੱਪੜਾ ਤੇ ਖਰਾਬ ਹੋ ਜਾਂਦਾ ਹੈ, ਤੇ ਇਹ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਇਨਵੈਸਟਮੈਂਟ ਦੇ ਤਰੀਕੇ ਨਾਲ ਰਹੋ, ਪਰ ਇਹਨਾਂ ਨੇ ਨਵਾਂ ਜੀਵਨ ਦਿੱਤਾ ਕਿ ਨਹੀਂ, ਕਢਾਈ ਨੂੰ ਬਚਾ ਲਿਆ ਤੇ ਇਹਦੀ ਕੀਮਤ ਸਗੋਂ ਲੀਰਾਂ ਜੋੜੀਆਂ, ਪਰ ਉਹ ਲੀਰਾਂ ਵੀ ਕਿੰਨੀਆਂ ਖੂਬਸੂਰਤ ਤੇ ਕਿੰਨੀਆਂ ਮਹਿੰਗੀਆਂ ਨੇ। ਕਈ ਲੋਕ ਨਾ ਕਹਿ ਦਿੰਦੇ ਆ ਕਿ ਜਿੱਦਾਂ ਮਹਿੰਗੀ ਹੁੰਦੀ ਹੈ ਕਢਾਈ, ਪਰ ਮੈਨੂੰ ਲੱਗਦਾ ਹੈ ਕਿ ਬਾਕੀ ਤੁਸੀਂ ਦੱਸ ਸਕਦੇ ਹੋ ਜ਼ਿਆਦਾ, ਕਿ ਜੇ ਅਸੀਂ ਇਹਨੂੰ ਜ਼ਿਆਦਾ ਵਰਤਾਂਗੇ, ਜ਼ਿਆਦਾ ਪੱਧਰ ਤੇ ਕਾਰੀਗਰ ਕੰਮ ਕਰਨਗੇ, ਜਿਹਨੂੰ ਆਪਾਂ ਕਹਿੰਦੇ ਨਾ ਥੋਕ ਦੇ ਭਾਅ, ਫਿਰ ਸਸਤਾ ਮਿਲੇਗਾ ਜੇ ਜ਼ਿਆਦਾ ਕਾਰੀਗਰ ਵੱਧ ਜਾਣਗੇ। ਬਿਲਕੁਲ, ਦੇਖੋ ਅੱਜ ਕੱਲ ਕੀ ਹੋ ਰਿਹਾ, ਜਿੰਨੇ ਵੀ ਤੁਸੀਂ ਕਾਰੀਗਰ ਮਿਲਦੇ ਹੋ, ਉਹਨਾਂ ਨਾਲ ਗੱਲ ਕਰਦੇ ਹੋ, ਉਹ ਕਹਿੰਦੇ ਅਸੀਂ ਆਪਣੀ ਜੋ ਅਗਲੀ ਜਨਰੇਸ਼ਨ ਹੈ, ਜੋ ਅਗਲੇ ਸਾਡੇ ਬੱਚੇ ਹੈ, ਉਹਨਾਂ ਨੂੰ ਇਸ ਕਿੱਤੇ 'ਚ ਨਹੀਂ ਪਾਉਣਾ ਚਾਹੁੰਦੇ। ਕਿਉਂਕਿ ਸਪੋਜ਼ ਤੁਸੀਂ ਹੁਣ ਕਸ਼ਮੀਰ ਦੀ ਗੱਲ ਕੀਤੀ ਸੀ, ਤੇ ਮੈਂ ਤੁਹਾਨੂੰ ਇੱਕ ਸ਼ਾਲ ਦਿਖਾਉਂਦੀ ਹਾਂ ਜਿਹਨੂੰ ਅਸੀਂ ਕਾਨੀ ਸ਼ਾਲ ਕਹਿੰਦੇ ਆ ਜੀ। ਇਹ ਜਦੋਂ ਅੰਗਰੇਜ਼ਾਂ ਨੇ ਟੈਕਸ ਲਗਾਇਆ ਸਾਡੇ ਕਾਰੀਗਰਾਂ ਦੇ ਉੱਤੇ, ਹੈ ਨਾ, ਤੇ ਉਹਨਾਂ ਨੇ ਇਹ ਪਹਿਲੇ ਇਹ ਜਿਹੜਾ ਹੈ ਇਹ ਲੂਮ ਤੇ ਬੰਦਾ ਹੈ, ਮੀਨਸ ਹੱਥ ਦੀ ਜਿਹੜੀ ਖੱਡੀ ਤੇ ਬੰਦਾ ਹੈ, ਤੇ ਇਹ ਕਾਨੀ ਸ਼ਾਲ ਦਾ ਵੀ ਬੜਾ ਫੈਸ਼ਨ ਆਇਆ ਹੋਇਆ। ਹੁਣ ਇਹਦੀ ਪਿਛਲੀ ਸਾਈਡ ਦੇਖੋ, ਤੁਹਾਨੂੰ ਥੋੜਾ ਲਾਈਨ ਦਿਖ ਰਹੀ ਹੈ, ਪਰ ਆਮ ਕਾਨੀ ਜੋ ਬਾਜ਼ਾਰ ਵਿੱਚ ਮਸ਼ੀਨੀ ਹੈ ਉਹਦੇ 'ਚ ਤੁਹਾਨੂੰ ਲੰਬੇ ਧਾਗੇ ਦਿਖਣਗੇ ਜੀ, ਇਹਦੇ ਵਿੱਚ ਤੁਹਾਨੂੰ ਸਿਰਫ ਆਊਟਲਾਈਨ ਨਜ਼ਰ ਆ ਰਹੀ ਹੈ, ਇਹ ਖੱਡੀ ਤੇ ਬੰਦੀ ਹੈ। ਤੇ ਇਹ ਵੀ ਇਹਦੇ ਉੱਤੇ ਜਦੋਂ ਟੈਕਸ ਲੱਗਿਆ ਸੀ ਸਰਕਾਰ ਵੱਲੋਂ, ਤਾਂ ਮਤਲਬ ਅੰਗਰੇਜ਼ਾਂ ਦੀ ਸਰਕਾਰ ਵੱਲੋਂ, ਤਾਂ ਇਹ ਹੱਥ ਦੀ ਕਢਾਈ ਅਲੀ ਬਾਬਾ ਨਾਮ ਦੇ ਇੱਕ ਪੁਰਾਣੇ ਬੰਦੇ ਨੇ ਸ਼ੁਰੂ ਕੀਤੀ। ਸੋ ਜਿਹਨੂੰ ਅਸੀਂ ਅੱਜ
ਕਸ਼ਮੀਰੀ ਕਢਾਈ ਸਮਝ ਰਹੇ ਆ, ਐਕਚੁਅਲੀ ਕਸ਼ਮੀਰ ਦੀ ਕਢਾਈ ਦੀ ਫੇਮਸ ਜਿਹੜੀ ਪ੍ਰਸਿੱਧ ਕਲਾ ਸੀ ਉਹ ਇਹ ਸੀਗੀ ਕਾਨੀ। ਕਾਨੀ ਤਾਂ ਕਹਿੰਦੇ ਕਿਉਂਕਿ ਜਿਹੜੀ ਇਹਦੇ ਵਿੱਚ ਤੀਲੇ ਹੁੰਦੇ ਆ, ਜਿਹੜੀ ਨੀਡਲ ਹੁੰਦੀ ਹੈ, ਜਿਹੜੀ ਸੂਈ ਹੁੰਦੀ ਹੈ, ਉਹਦੇ 'ਚ ਅੱਖ ਨਹੀਂ ਹੁੰਦੀ, ਤੇ ਤਾਂ ਹੀ ਉਹ ਕਾਨੀ ਹੈ। ਕਾਣੀ ਤੋਂ ਕਾਨੀ, ਹਾਂ ਕਾਣੀ। ਯੈਸ, ਕਸੀਦਾ ਤੇ ਇਹ ਇੱਕੋ ਚੀਜ਼ ਹੁੰਦੇ ਆ ਕਸ਼ਮੀਰੀ ਕਢਾਈ? ਨਹੀਂ, ਕਸੀਦਾ ਵਿੱਚ ਵੀ ਹੁਣ ਤੁਸੀਂ ਬੜਾ ਅੱਛਾ ਸਵਾਲ ਕੀਤਾ ਹੈ। ਇੱਕ ਜਾਮਾਵਾਰ ਸ਼ਾਲ ਮੰਨਿਆ ਜਾਂਦਾ ਹੈ ਜੀ, ਔਰ ਉਹਦੇ ਵਿੱਚ ਵੀ ਵੈਰਾਈਟੀਆਂ, ਜਿਵੇਂ ਇਹ ਵੀ ਕਰੂਅਲ ਵਰਕ ਹੈ ਜੋ ਤੁਸੀਂ ਚੇਨ ਸਟਿਚ ਆਰੀ ਨਾਲ ਕੀਤਾ ਜਾਂਦਾ ਹੈ, ਇਹ ਵੀ ਕਸ਼ਮੀਰ ਦਾ ਹੈ ਜੀ। ਤੇ ਹੁਣ ਅਗਰ ਆਪਾਂ ਗੱਲ ਕਰੀਏ ਤੇ ਇਹ ਦੋ ਸ਼ਾਲ ਹੈ ਮੇਰੇ ਕੋਲ ਕਸ਼ਮੀਰ ਦੇ ਜੀ। ਇਹ ਜਾਮਾਵਾਰ ਹੈ। ਜਾਮਾ ਹੁੰਦਾ ਸੀ ਜੋ ਮਹਾਰਾਜਾ ਰਾਜਾ ਪਾਉਂਦਾ ਸੀ, ਵਾਰ ਹੋ ਗਿਆ ਯਾਰਡ, ਆਪਾਂ ਨਾਪਣ ਦਾ ਇੱਕ ਤਰੀਕਾ ਸੀਗਾ। ਤੇ ਇਹ ਜਾਮਾਵਾਰ ਬਨਾਰਸ ਵਿੱਚ ਵੀ ਮਿਲਦਾ, ਜਿਹੜੇ ਵੀ ਜਿੱਥੇ ਵੀ ਕਢਾਈਆਂ ਹੁੰਦੀ ਸੀ, ਕੱਪੜੇ ਬੁਣੇ ਜਾਂਦੇ ਉੱਥੇ ਜਾਮਾਵਾਰ ਹੁੰਦਾ ਸੀ। ਹੁਣ ਇਸ ਕੱਪੜੇ 'ਚ ਦੇਖੋ ਤੁਸੀਂ, ਇਹ ਪਿਓਰ ਪਸ਼ਮੀਨਾ ਹੈ ਕਿ ਇਹਦੇ ਵਿੱਚ ਤੁਹਾਨੂੰ ਕੀ ਬੇਸ ਨਜ਼ਰ ਆ ਰਿਹਾ? ਮੈਨੂੰ ਇਦਾਂ ਹੀ ਲੱਗ ਰਿਹਾ ਕਿ ਸਾਰੇ ਛੋਟਾ ਛੋਟਾ ਟਾਂਕਾ ਹੀ ਪੂਰੇ ਭਰਿਆ ਹੋਇਆ ਆ। ਹਾਂ, ਅਗਰ ਇਹਨੂੰ ਤੁਸੀਂ ਆਪਾਂ ਕਹਿੰਦੇ ਨਾ ਕੁਇਲਟਿੰਗ ਕੀਤੀ ਉਹ ਲੱਗਦੀ ਹੈ। ਜੀ ਬਿਲਕੁਲ, ਅਗਰ ਤੁਸੀਂ ਇਹਨੂੰ ਦੇਖੋਗੇ ਤੇ ਇਹ ਫੁੱਲ ਜਾਮਾਵਾਰ ਹੈ, ਮੀਨਸ ਇਹਦੇ ਵਿੱਚ ਬਿਲਕੁਲ ਵੀ ਜੋ ਹੈ ਇਹ ਹੱਥ ਦਾ ਸਾਰਾ, ਇਹ ਹੱਥ ਦਾ ਸਾਰਾ ਹੈ। ਇਹਨੂੰ 6 ਮਹੀਨੇ ਲੱਗ ਜਾਂਦੇ ਆ ਕਾਰੀਗਰ ਨੂੰ ਕੰਮ ਕਰਦੇ ਹੋਏ। ਅੱਛਾ, ਇੰਟਰਸਟਿੰਗ ਗੱਲ ਹੈ ਕਿ ਇਹਦੇ ਵਿੱਚ ਜਿਹੜੇ ਕੰਮ ਕਰਦੇ ਆ ਕਾਰੀਗਰ ਉਹ ਬੰਦੇ ਹੈ ਕਸ਼ਮੀਰ ਵਿੱਚ ਜੀ, ਪਰ ਬਾਕੀ ਕਈ ਜਗ੍ਹਾਵਾਂ ਤੇ ਔਰਤਾਂ ਜ਼ਿਆਦਾ ਇਹ ਕੰਮ ਕਰਦੀਆਂ। ਹੁਣ ਆਪਾਂ ਇਹ ਸ਼ਾਲ ਦੀ ਗੱਲ ਕਰ ਰਹੇ ਸੀ, ਇਹ ਫੁੱਲ ਜਾਮਾਵਾਰ ਹੈ ਤੇ ਇਹ ਹਾਫ ਜਾਮਾਵਾਰ ਹੈ। ਇਹਦੇ ਵਿੱਚ ਕੱਪੜਾ ਨਜ਼ਰ ਆ ਰਿਹਾ ਹੈ, ਥੱਲੋਂ ਬੇਸ ਨਜ਼ਰ ਆ ਰਿਹਾ, ਪਰ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਜੋ ਨੈਗੇਟਿਵ ਸਪੇਸ ਹੈ ਉਹਨੂੰ ਵੀ ਬੜੇ ਅੱਛੇ ਤਰੀਕੇ ਨਾਲ ਇਸਤੇਮਾਲ ਕੀਤਾ ਹੈ। ਮਤਲਬ ਜਿਹਦੇ 'ਚ ਜਗ੍ਹਾ ਦਿਖਦੀ ਹੈ ਉਹ ਹਾਫ ਜਾਮਾਵਾਰ, ਜਿਹਦੇ 'ਚ ਜਗ੍ਹਾ ਨਹੀਂ ਦਿਖਦੀ ਉਹ ਫੁੱਲ ਜਾਮਾਵਾਰ। ਇਹਦੇ 'ਚ ਧਾਗਾ ਕਿਹੜਾ ਵਰਤਿਆ ਜਾਂਦਾ ਹੈ? ਇਹਦੇ ਵਿੱਚ ਸੂਤੀ ਧਾਗਾ ਹੈ, ਪਰ ਰੇਸ਼ਮੀ ਵੀ ਯੂਜ਼ ਹੋ ਸਕਦਾ ਹੈ। ਜਿਵੇਂ ਇਹ ਵਾਲਾ ਪਹਿਲਾ ਸ਼ਾਲ ਮੈਂ ਤੁਹਾਨੂੰ ਦਿਖਾਇਆ ਸੀ, ਇਹਦੇ ਵਿੱਚ ਰੇਸ਼ਮੀ ਧਾਗੇ ਦੀ ਚਮਕ ਹੈ ਨਾਲ, ਤੇ ਅਲੱਗ-ਅਲੱਗ ਧਾਗੇ, ਦੋਨੋਂ ਤਰੀਕੇ ਦੇ ਸੂਤੀ ਔਰ ਰੇਸ਼ਮੀ ਧਾਗੇ ਇਸਤੇਮਾਲ, ਜਿਹੜਾ ਮਰਜ਼ੀ ਵਰਤ ਲਈਏ, ਟਾਂਕਾ ਜਿਹੜਾ ਮਰਜ਼ੀ ਵਰਤ ਲਈਏ। ਮੈਂ ਤਾਂ ਇਹ ਗੱਲ ਕਰ ਰਹੀ ਹਾਂ, ਦੇਖੋ ਅੱਜ ਕੱਲ ਜਿਹੜੀ ਆਪਾਂ ਕਸ਼ਮੀਰੀ ਜਿਹਨੂੰ ਕਹਿੰਦੇ ਨਾ, ਖਰੇ ਚੇਨ ਸਟਿਚ ਨੂੰ ਸਾਰੇ ਕਹਿੰਦੇ ਕਿ ਇਹੀ ਹੁੰਦਾ ਹੈ ਨਾ। ਜੀ, ਮੈਂ ਤੁਹਾਨੂੰ ਹੁਣ ਦਿਖਾਣਾ ਚਾਹਾਂਗੀ, ਮੇਰੇ ਕੋਲ ਕਸ਼ਮੀਰੀ ਕਢਾਈ ਦੇ ਕੁਝ ਸੈਂਪਲਸ ਹੈ ਜੀ। ਇਹਦੇ ਵਿੱਚ ਮੈਂ ਤਾਂ ਲਿਆਈਆਂ ਕਿ ਇਹਦੇ 'ਚ ਹਰ ਤਰੀਕੇ ਦਾ ਫ੍ਰੈਂਚ ਨੋਟ, ਬੁਲੀਅਨ, ਇਹ ਸਾਰੇ ਟਾਂਕੇ ਵੀ ਹੋਏ ਹੋਏ ਆ। ਬਿਲਕੁਲ, ਅਗ ਜ਼ੂਮ ਕਰਕੇ, ਜੀ ਹਾਂ, ਇਹ ਸਿੱਧਾ ਕਰ ਦਿਓ ਇੱਕ ਵਾਰੀ, ਇਹਨੂੰ ਇਦਾਂ ਪਕੜ ਕੇ ਦੋਨੋਂ ਖੁੰਝਾਂ ਤੋਂ। ਬਿਲਕੁਲ ਜੀ ਦਿਖ ਸਕਦੇ ਨਾ ਕਿ ਰਾਂ ਕਿੰਨਾ ਬਰੀਕ ਦਾ ਕੰਮ ਹੈ ਔਰ ਹੱਥ ਨਾਲ ਕੀਤਾ ਹੋਇਆ ਕੰਮ ਹੈ। ਔਰ ਇਹਦੇ ਵਿੱਚ ਪਿੱਛੇ ਦੇਖੋ ਗੰਡਾ ਨਜ਼ਰ ਆ ਰਹੀਆਂ ਹੈ, ਔਰ ਇਹਦੇ ਵਿੱਚ ਤੁਸੀਂ ਸਟਿਚਸ ਦੇਖੋਗੇ ਸਾਰੇ ਅਲੱਗ-ਅਲੱਗ, ਬਟਨ ਹੋਲ, ਫ੍ਰੈਂਚ ਨੋਟ, ਇਹ ਸਭ, ਔਰ ਹੈਰਿੰਗ ਬੋਨ, ਇਹ ਸਭ ਟਾਂਕੇ ਜਿਹੜੇ ਹੈ ਉਹ ਨਜ਼ਰ ਆਣਗੇ ਤੁਹਾਨੂੰ ਇਹਦੇ 'ਚ। ਇਹ ਵੀ ਜਿਹੜਾ ਪੇਜ਼ਲੇ ਮੋਟਿਵ ਹੈ ਅੰਬੀ ਦਾ, ਹੁਣ ਅੰਬੀ ਦਾ ਮੋਟਿਵ ਪੂਰੇ ਭਾਰਤ ਵਰਸ਼ ਵਿੱਚ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਦਿਖੇਗਾ ਇਹਦਾ ਅਲੱਗ-ਅਲੱਗ ਸਰੂਪ, ਪਰ ਕਸ਼ਮੀਰ ਵਿੱਚ ਸਭ ਤੋਂ ਜ਼ਿਆਦਾ ਹੈ। ਤੇ ਹੁਣ ਆਪਾਂ ਆਉਂਦੇ ਹਾਂ ਦਸੂਤੀ ਤੇ। ਜੀ, ਦਸੂਤੀ ਪੰਜਾਬ ਦੀ ਵੀ ਮੰਨੀ ਜਾਂਦੀ ਆ, ਕਈ ਇਹਨੂੰ ਸਾਊਥ ਦੀ ਵੀ ਕਹਿੰਦੇ ਆ, ਕਈ ਦਸੂਤੀ ਕਸੂਤੀ ਚ ਕਸੂਤੇ ਫਸ ਜਾਂਦੇ ਆ। ਇਹ ਬੜਾ ਹੀ ਮਜ਼ੇਦਾਰ ਸਵਾਲ ਪੁੱਛਿਆ ਤੁਸੀਂ ਵਰੁਣ। ਦਸੂਤੀ ਸੂਤ ਦੇ, ਜੀ ਮੈਂ ਨਾ ਤੁਹਾਡੀ ਗੱਲ ਨੂੰ ਰੋਕ ਰਹੀ ਹਾਂ। ਪਹਿਲਾਂ ਗੱਲਾਂ ਤੇ ਗੀਤ ਪ੍ਰੋਗਰਾਮ ਚ ਆਪਾਂ ਇੱਕ ਗੀਤ ਲੈ ਲਈਏ, ਤਾਂ ਮੈਂ ਕਹਿੰਦੀ ਕਿ ਦਰਸ਼ਕ ਜਿਹੜੇ ਥੋੜਾ ਕੁ ਇਸ ਦਸੂਤੀ ਕਸੂਤੀ ਦੇ ਚੱਕਰ ਚ ਆਪ ਵੀ, ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੇ ਬਜ਼ੁਰਗ ਕੱਢਦੇ ਰਹੇ ਨਾ, ਇਹ ਬੁਝਾਰਤ ਪਾ ਦੋ ਤਾਂ ਤੱਕ ਤੁਸੀਂ ਪਾ ਦਿੱਤਾ ਇਹਨਾਂ ਨੂੰ ਬਸ ਅਸੀਂ। ਸੋ ਆਓ ਪਹਿਲਾਂ ਗੀਤ ਦੇਖਦੇ ਹਾਂ ਜੀ। ਸ਼ਗਨਾਂ ਦੀ ਫੁਲਕਾਰੀ ਮੇਰੇ ਚਾਵਾਂ ਦੀ ਫੁਲਕਾਰੀ, ਸ਼ਗਨਾਂ ਦੀ ਫੁਲਕਾਰੀ ਨੀ ਮੇਰੇ ਚਾਵਾਂ ਦੀ ਫੁਲਕਾਰੀ, ਸ਼ਗਨਾਂ ਦੀ ਫੁਲਕਾਰੀ ਨੀ ਮੇਰੇ ਚਾਵਾਂ ਦੀ ਫੁਲਕਾਰੀ। ਸਿਰ ਤੇ ਲੈ ਕੇ ਤੁਰੇ ਮਜਾਜਣ, ਸਿਰ ਤੇ ਲੈ ਕੇ ਤੁਰੇ ਮਜਾਜਣ, ਜੱਗ ਤੋਂ ਟੌਰ ਨਿਆਰੀ, ਸ਼ਗਨਾਂ ਦੀ ਫੁਲਕਾਰੀ ਨੀ ਮੇਰੇ ਚਾਵਾਂ ਦੀ ਫੁਲਕਾਰੀ, ਸ਼ਗਨਾਂ ਦੀ ਫੁਲਕਾਰੀ ਨੀ ਮੇਰੇ ਚਾਵਾਂ ਦੀ ਫੁਲਕਾਰੀ, ਸ਼ਗਨਾਂ ਦੀ ਫੁਲਕਾਰੀ ਨੀ ਮੇਰੇ ਚਾਵਾਂ ਦੀ ਫੁਲਕਾਰੀ।
ਨੀ ਮੇਰੇ ਸ਼ਗਨਾਂ ਦੀ ਫੁਲਕਾਰੀ ਸ਼ਗਨਾਂ ਦੀ ਫੁਲਕਾਰੀ ਨੀ ਮੇਰੇ ਚਾਵਾਂ ਦੀ ਫੁਲਕਾਰੀ ਬੱਲੇ 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 ਬਖਤੜੀ ਵਾਲੇ ਦਾ ਇਹ ਕਹਿਣਾ ਬੱਤੜੀ ਵਾਲੇ ਦਾ ਇਹ ਕਹਿਣਾ ਇਹ ਫੁਲਕਾਰੀ ਸਿਰ ਦਾ ਗਹਿਣਾ ਇਹ ਫੁਲਕਾਰੀ ਸਿਰ ਦਾ ਗਹਿਣਾ ਹਾਕਮ ਵੀਰੇ ਦਾ ਇਹ ਕਹਿਣਾ ਇਹ ਫੁਲਕਾਰੀ ਸਿਰ ਦਾ ਗਹਿਣਾ ਇਹ ਫੁਲਕਾਰੀ ਸਿਰ ਦਾ ਗਹਿਣਾ ਕੁੜੀਆਂ ਦੇ ਸਿਰ ਤੇ ਫੱਬਦੀ ਧੀਆਂ ਦੇ ਸਿਰ ਤੇ ਫੱਬਦੀ ਕਿਉਂ ਫੁੱਲਾਂ ਦੀ ਕਿਆਰੀ ਸ਼ਗਨਾਂ ਦੀ ਫੁਲਕਾਰੀ ਮੇਰੇ ਚਾਵਾਂ ਦੀ ਫੁਲਕਾਰੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਵਰੁਣ ਕੌਰ ਮਾਨ। ਅੱਜ ਅਸੀਂ ਗੱਲ ਕਰ ਰਹੇ ਹਾਂ ਸਾਡੀਆਂ ਭਾਰਤ ਦੀਆਂ ਰਿਵਾਇਤੀ ਕਢਾਈਆਂ ਦੀ, ਔਰ ਜਿਹੜਾ ਤੁਸੀਂ ਗਾਣਾ ਦੇਖਿਆ ਉਸ ਦੇ ਵਿੱਚ ਵੀ ਫੁਲਕਾਰੀ ਦਾ ਬਹੁਤ ਸਹੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ, ਕਿਉਂਕਿ ਸਾਡੇ ਗੀਤ, ਸਾਡੇ ਲੋਕ ਨਾਚ, ਸਾਡੀਆਂ ਲੋਕ ਕਲਾਵਾਂ, ਸਾਡੀ ਜ਼ਿੰਦਗੀ ਸਾਡੀਆਂ ਰਿਵਾਇਤੀ ਕਢਾਈਆਂ ਦੇ ਬਿਨਾਂ ਅਧੂਰੀ ਹੈ, ਔਰ ਸਾਡਾ ਪ੍ਰੋਗਰਾਮ ਸਾਡੇ ਮਹਿਮਾਨ ਬਿਨਾਂ ਅਧੂਰਾ ਹੁੰਦਾ ਹੈ। ਸਾਡੇ ਨਾਲ ਨੇ ਡਾਕਟਰ ਹਰਪ੍ਰੀਤ ਜੋ ਕਿ ਐਚਓਡੀ ਨੇ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਦੇ, ਤੇ ਅਸੀਂ ਹੁਣ ਦਸੂਤੀ ਤੇ ਕਸੂਤੀ ਦੇ ਕਸੂਤੇ ਫਸੇ ਹੋਏ ਚੋਂ ਨਿਕਲਣਾ। ਇਸ ਤੋਂ ਪਹਿਲੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੀ ਜੀ। ਹਾਂ, ਵਰੁਣ ਤੁਹਾਨੂੰ ਬਿਰਿਆਨੀ ਪਸੰਦ ਹੈ? ਵੈਜੀਟੇਰੀਅਨ ਵਾਲੀ। ਓਕੇ, ਪਰ ਕਿੱਥੇ ਦੀ? ਲਖਨਊ ਦੀ, ਅਵਧ ਦੀ, ਹੈਦਰਾਬਾਦ ਦੀ, ਕਿੱਥੇ ਦੀ ਬਿਰਿਆਨੀ ਪਸੰਦ ਮੰਮੀ ਹੈ? ਦੀ। ਇਹ ਬਹੁਤ ਹੀ ਅੱਛਾ ਜਵਾਬ ਮੰਮੀ ਦਿੱਤਾ। ਦੀ। ਹੁਣ ਤੁਸੀਂ ਮੈਨੂੰ ਪੁੱਛਿਆ ਕਿ ਕਸੂਤੀ ਕਿ ਦਸੂਤੀ। ਜੀ ਦਸੂਤੀ ਜਿਹੜੀ ਹੈਗੀ ਹੈ ਉਹ ਪੰਜਾਬ ਦੀ ਹੈ, ਜੀ ਸੂਤ ਦੇ ਉੱਤੇ ਕੀਤੀ ਜਾਂਦੀ ਹੈ, ਯਾਨੀ ਕਿ ਸੂਤੀ ਕੱਪੜੇ ਦੇ ਉੱਤੇ। ਜੀ ਔਰ ਜਿਹੜੀ ਕਸੂਤੀ ਹੈ ਉਹ ਕਰਨਾਟਕਾ ਦੀ ਹੈ। ਅਗਰ ਕਰਨਾਟਕਾ ਦੀ ਕਢਾਈ ਦੇਖੀਏ ਤੇ ਇਹਦੇ ਵਿੱਚ ਮੁਰਗੀ, ਨੇਗੀ, ਗਵੰਤੀ, ਮੇਂਥੀ ਇਹ ਸਟਿਚਸ ਹੁੰਦੇ ਆ। ਇਹਨਾਂ ਦੇ ਮੋਟਿਵਸ ਦੇਖੋ ਤੁਸੀਂ, ਹਾਥੀ ਬਣਿਆ ਹੋਏਗਾ ਹੈ ਨਾ, ਔਰ ਗੋਪੂਰਾਮ ਬਣੇ ਹੁੰਦੇ ਆ। ਟਾਂਕਾ ਉਹੀ ਹੈ, ਮੈਂ ਕਿਹਾ ਮੁਰਗੀ, ਨੇਗੀ, ਗਵੰਤੀ, ਮੇਂਥੀ ਜਿਹੜੇ ਇਹ ਸਟਿਚਸ ਹੈ, ਸੇਮ ਸਟਿਚਸ ਅਗਰ ਤੁਸੀਂ ਦੇਖੋਗੇ ਤੇ ਉਹ ਸਾਡੇ ਦਸੂਤੀ 'ਚ ਵੀ ਹੈ। ਕਰਨ ਦਾ ਤਰੀਕਾ ਇੱਕੋ ਹੀ ਹੈ। ਬਿਲਕੁਲ ਉਹੀ ਟਾਂਕੇ, ਉਹੀ ਸਟਿਚਸ। ਔਰ ਹੁਣ ਮੈਂ ਕੀ ਕਵਾਂ ਕਿ ਬਿਰਿਆਨੀ ਕਿੱਥੇ ਦੀ ਹੈ ਮਸ਼ਹੂਰ, ਕਿ ਸ਼ੁਰੂ ਕਿੱਥੇ ਹੋਈ, ਲੜਾਈ ਅੱਜ ਤੱਕ ਚੱਲ ਰਹੀ ਹੈ। ਤੇ ਇਹ ਨਾਰਥ ਔਰ ਸਾਊਥ ਹੈ ਨਾ, ਕਿੱਥੇ ਸਾਡਾ ਮਤਲਬ ਭਾਰਤ ਦੀ ਇੱਕ ਚੀਜ਼ ਅਸੀਂ ਸੋਚਦੇ ਨਹੀਂ ਨਹੀਂ, ਨੇੜਲੇ ਜਿਹੜੇ ਪ੍ਰਦੇਸ਼ ਹੈ ਉਹਨਾਂ ਵਿੱਚ ਤੇ ਇੱਕੋ ਜਿਹੀ ਹੈ। ਜਿਵੇਂ ਆਪਾਂ ਦੇਖੀਏ ਤੇ ਇਹ ਵਾਲਾ ਦੇਖੋ ਤੁਸੀਂ, ਇਹਨੂੰ ਦੇਖ ਕੇ ਨਾ ਮੈਨੂੰ ਆਪਣੇ ਪੁਰਾਣੇ ਬਜ਼ੁਰਗਾਂ ਦੇ ਬਣੇ ਹੋਏ ਮੇਜ਼ ਪੋਸ਼ ਚੇਤੇ ਆ ਰਹੇ, ਜਿਹੜੇ ਅੰਗੀਠੀਆਂ ਦੇ ਉੱਤੇ ਵਿਛਾਏ ਹੁੰਦੇ ਸੀ। ਹਾਂ, ਇਹ ਮੇਰੇ ਦਾਦੀ ਸੱਸ ਜੀ ਨੇ ਕੀਤਾ ਹੈ, ਔਰ ਸਾਰਿਆਂ ਦੇ ਘਰਾਂ 'ਚ ਹੀ ਇਹ ਕਢਾਈਆਂ ਹੁੰਦੀਆਂ ਸੀ। ਇਹਦੇ ਵਿੱਚ ਵੀ ਤੁਸੀਂ ਇਹ ਦੇਖੋ ਚੇਨ ਸਟਿਚ ਦਾ ਟਾਂਕਾ ਹੈ, ਔਰ ਨੈਗੇਟਿਵ ਸਪੇਸ ਨੂੰ ਅਗਰ ਦੇਖੋਗੇ ਕਿੰਨਾ ਸੋਹਣਾ ਇਹਨਾਂ ਨੇ ਇਸਤੇਮਾਲ ਕੀਤਾ ਹੈ। ਨੈਗੇਟਿਵ ਸਪੇਸ ਵਿੱਚ ਫੁੱਲ ਨਜ਼ਰ ਆ ਰਹੇ ਕ੍ਰਾਸ ਸਟਿਚ, ਹਾਂਜੀ ਕ੍ਰਾਸ ਸਟਿਚ ਬਾਰਲਾ ਟਾਂਕਾ ਹੈ, ਔਰ ਕੱਪੜੇ ਦੇ ਸਫੇਦ ਨੂੰ ਫੁੱਲ ਦੇ ਤੌਰ ਤੇ ਇਹਨਾਂ ਨੇ ਉਭਾਰਿਆ ਜੀ। ਸੋ ਇਹ ਦਸੂਤ ਔਰ ਕਸੂਤੀ ਜੋ ਆਪਾਂ ਗੱਲ ਕਰ ਰਹੇ ਹਾਂ, ਭਾਰਤ ਵਰਸ਼ ਵਿੱਚ ਸਭ ਜੁੜੇ ਹੋਏ ਆ ਆਪਸ ਵਿੱਚ, ਔਰ ਕਿੰਨੇ ਸ਼ੁਰੂ ਕੀਤੀ, ਕਿਵੇਂ ਆਈ, ਇਹ ਆਪਾਂ ਨਹੀਂ ਦੱਸ ਸਕਦੇ। ਉਹਦੇ 'ਚ ਵੀ ਕ੍ਰਾਸ ਸਟਿਚ ਆ, ਇਹਦੇ 'ਚ ਵੀ ਕ੍ਰਾਸ ਸਟਿਚ ਆ, ਬਸ ਉਹਨਾਂ ਦੇ ਮੋਟਿਵ ਹੋਰ ਨੇ ਤੇ ਨਾਮ ਅਲੱਗ-ਅਲੱਗ। ਹਾਂ ਬਿਲਕੁਲ, ਮੋਟਿਵ ਵੀ ਕਾਫੀ ਰਲਦੇ ਮਿਲਦੇ ਆ। ਅਗਰ ਅਸੀਂ ਇਹਨਾਂ ਦੀ ਬਰੀਕੀ 'ਚ ਅਗਰ ਸਟੱਡੀ ਕਰਦੇ ਆ, ਇਹਨਾਂ ਬਾਰੇ ਪੜ੍ਹਾਈ ਕਰਦੇ ਆ, ਤੇ ਅਸੀਂ ਦੇਖਾਂਗੇ ਕਿ ਇਹਨਾਂ 'ਚ ਕਾਫੀ ਇਕਸਾਰਤਾ ਹੈ। ਜੇ ਕੰਮ ਬੰਦਾ ਜਾਂਦਾ ਆ ਸ਼ਾਪ ਦੇ ਉੱਤੇ, ਦੁਕਾਨ ਦੇ ਉੱਤੇ, ਉਹ ਕਿਵੇਂ ਫਰਕ ਪਤਾ ਕਰੇ ਕਿ ਇਹ ਦਸੂਤੀ ਆ ਕਿ ਕਸੂਤੀ ਆ? ਇਹ ਭੈਣ ਭਰਾ ਹੈ ਦੋਨੋਂ। ਜੋ ਵੀ ਲੈ ਲਓ, ਭਾਰਤ ਵਰਸ਼ ਦੀ ਕੋਈ ਨਾ ਕੋਈ ਕਢਾਈ ਹੈ, ਤੁਸੀਂ ਲੈ ਸਕਦੇ ਹੋ। ਪਰ ਜੋ ਸਾਡੇ ਰੰਗਾਂ ਦਾ ਚੁਣਾਵ ਹੈ ਹੁਣ, ਕਿਉਂਕਿ ਬਦਲ ਰਿਹਾ ਸਮਾਂ, ਜਿਵੇਂ ਇਹ ਪੁਰਾਣੀ ਦਸੂਤ ਮੇਰੇ ਕੋਲ ਪਈ ਹੈ, ਸਾਰੀਆਂ ਚਿੱਟੇ ਤੇ ਹੁੰਦੀਆਂ ਸੀ। ਬਿਲਕੁਲ ਚਿੱਟੇ ਤੇ ਹੁੰਦੀਆਂ ਸੀ, ਔਰ ਰੰਗ ਔਰ ਬੜੇ ਸੋਬਰ ਜੇ ਕਲਰ ਲੱਗੇ ਹੁੰਦੇ ਸੀ। ਜਿਵੇਂ ਫੁਲਕਾਰੀ 'ਚ ਚਟਕੀਲੇ ਰੰਗ ਹੁੰਦੇ ਆ ਤੇ ਪੱਟ ਦਾ ਧਾਗਾ ਹੁੰਦਾ ਹੈ ਜੋ ਕਿ ਬਹੁਤ ਹੀ ਚਮਕੀਲਾ ਹੈ, ਰੇਸ਼ਮ ਦਾ ਧਾਗਾ ਹੈ ਉਹ ਬੇਸਿਕਲੀ। ਲੇਕਿਨ ਜੋ ਦਸੂਤ ਹੈ ਉਹਦੇ 'ਚ ਸੂਤੀ ਧਾਗਾ ਹੈ, ਔਰ ਰੰਗ ਬੜੇ ਠੰਡੇ ਔਰ ਪੇਸਟਲ ਕਲਰਸ ਜਿਹਨੂੰ ਅਸੀਂ ਕਹਿੰਦੇ ਉਹ ਇਸਤੇਮਾਲ ਹੁੰਦੇ ਸੀ। ਮੈਂ ਨਾ ਬਹੁਤ ਦੇਖਿਆ ਹੋਇਆ ਦਸੂਤ ਦਾ ਕੰਮ, ਮੇਜ਼ ਪੋਸ਼ਾਂ ਦੇ ਉੱਤੇ, ਅੰਗੀਠੀਆਂ ਦੇ ਉੱਤੇ ਮੋਰ, ਘੁੱਗੀਆਂ, ਕਿਆ ਬਣਾਇਆ ਹੁੰਦਾ ਸੀ। ਬਿਲਕੁਲ, ਹਾਂਜੀ। ਤੁਸੀਂ ਨਾ ਬਾਰ-ਬਾਰ ਨੈਗੇਟਿਵ ਸਪੇਸ ਕਹਿ ਰਹੇ ਹੋ ਜੀ, ਇਹ ਨੈਗੇਟਿਵ ਸਪੇਸ ਦੱਸੋਗੇ ਕੀ ਹੁੰਦੀ ਹੈ? ਹਾਂ, ਜਿਵੇਂ ਆਪਾਂ ਵਰੁਣ ਇਹਦੇ ਉੱਤੇ ਅਗਰ ਆਪਾਂ ਫੋਕਸ ਕਰੀਏ ਇਸ
ਇਹਦੇ ਉੱਤੇ ਕਢਾਈ ਦੇ ਉੱਤੇ ਜੀ ਕਢਾਈ ਦੇ ਉੱਤੇ। ਤੇ ਇਹਦੇ ਵਿੱਚ ਅਗਰ ਆਪਾਂ ਜ਼ੂਮ ਕਰਕੇ ਇਹ ਦਰਸ਼ਕਾਂ ਨੂੰ ਦਿਖਾ ਸਕੀਏ, ਇਹ ਫੁੱਲ ਜਿਹੜੇ ਹੈਗੇ ਹੈ ਇਹ ਕੱਢੇ ਨਹੀਂ ਹੋਏ, ਕਢਾਈ ਬਾਹਰ ਹੋਈ ਹੈ ਤੇ ਨੈਗੇਟਿਵ ਸਪੇਸ ਹੈ, ਮੀਨਸ ਇਹ ਕਢਾਈ ਨਹੀਂ ਕੀਤੀ ਗਈ ਪਰ ਇਹ ਫੁੱਲ ਇਹਦੇ ਚ ਨਜ਼ਰ ਆ ਰਹੇ ਹੈ। ਬਿਲਕੁਲ। ਤੇ ਇਹਦਾ ਮਤਲਬ ਅਸੀਂ ਨਾ ਬਣਾਉਂਦੇ ਹੋਏ ਵੀ ਚੀਜ਼ ਨੂੰ ਬਣਾ ਦਿੱਤਾ ਹੈ। ਕਈ ਵਾਰੀ ਜਿੱਦਾਂ ਆਪਾਂ ਜੀ। ਡਰਾਇੰਗ ਦੇ ਉੱਤੇ ਜਿਓਮੈਟ੍ਰੀਕਲ ਡਿਜ਼ਾਈਨ ਹਾਂਜੀ। ਬਣਾਉਂਦੇ ਆ, ਡਿਜ਼ਾਈਨ ਕੋਈ ਹੋਰ ਬਣਾਇਆ ਹੁੰਦਾ, ਨਜ਼ਰ ਕੋਈ ਹੋਰ ਆਉਂਦਾ। ਜੀ ਇਹਦੇ ਵਿੱਚ ਵੀ ਅਗਰ ਆਪਾਂ ਜ਼ੂਮ ਕਰਕੇ ਦੇਖਾਂਗੇ, ਦਰਸ਼ਕਾਂ ਨੂੰ ਮੈਂ ਦਿਖਾਣਾ ਚਾਹਾਂਗੀ ਜੀ। ਇਹਦੇ ਵਿੱਚ ਵੀ ਦੇਖੋ ਜਿਹੜੀ ਕਾਲਾ ਹਾਸ਼ੀਆ ਹੈ, ਬਰੀਕੀ ਹੈ ਡਿਜ਼ਾਈਨ ਦੀ, ਜੀ ਉਹ ਜਿਹੜੀ ਹੈ ਉਹਦੇ ਚ ਨੈਗੇਟਿਵ ਸਪੇਸ ਹੈ। ਇਹ ਜਿਹੜੀ ਆਊਟਲਾਈਨ ਹੈ ਇਹ ਸਾਰੀ ਇਹਦੀ ਨੈਗੇਟਿਵ ਸਪੇਸ ਇਸਤੇਮਾਲ ਹੋਈ ਮਤਲਬ ਹੈ। ਹੈਗਾ ਉਹ ਥਾਂ ਖਾਲੀ ਹੈ ਹਾਂ, ਪਰ ਉਹ ਇਦਾਂ ਲੱਗ ਪਰ ਰਿਹਾ ਉਹ ਕਿ ਡਿਜ਼ਾਈਨ ਹੈ। ਹਾਂ, ਉਹ ਡਿਜ਼ਾਈਨ ਦਾ ਹਿੱਸਾ ਬਣ ਗਿਆ ਹੈ। ਬਿਲਕੁਲ ਦਸੂਤੀ ਕਸੂਤੀ ਮੈਂ ਸਾਰਾ ਕੁਝ ਚੰਗੀ ਤਰ੍ਹਾਂ ਲਿਖ ਕੇ ਲੈ ਕੇ ਆਈ ਸੀ, ਕੁਝ ਰਹਿ ਨਾ ਜਾਏ। ਤੇ ਹੁਣ ਆਪਾਂ ਆਉਣਾ ਕਾਂਥਾ ਦੇ ਵੱਲ। ਬਿਲਕੁਲ, ਕਾਂਥਾ ਜੋ ਕਢਾਈ ਹੈ ਇਹ ਬੇਸਿਕਲੀ ਸਿਫਤ ਦੀ ਕਢਾਈ ਸੀਗੀ। ਸਾਡੇ ਭਾਰਤ ਵਰਸ਼ ਵਿੱਚ ਦੇਖਿਆ ਜਾਏ ਤੇ ਕਿਉਂ ਕਢਾਈ ਕੀਤੀ ਜਾਂਦੀ ਸੀ? ਲੇਡੀਜ਼ ਆਪਣਾ ਜੋ ਟੀਵੀਆਂ ਸੀਗੀਆਂ ਆਪਣਾ ਟਾਈਮ ਪਾਸ ਕਰਨ ਵਾਸਤੇ, ਔਰ ਤੁਸੀਂ ਕਿਹਾ ਕਿ ਬਹੁਤ ਘੱਟ ਹੁੰਦੇ ਸੀ ਸਾਡੇ ਕੋਲ, ਪੈਸੇ ਬੜੇ ਥੋੜੇ ਜਿਹੇ ਹੁੰਦੇ ਸੀ, ਤੇ ਉਹਦੇ ਵਿੱਚ ਹੀ ਆਪਣੇ ਘਰ ਨੂੰ ਸੁੰਦਰ ਬਣਾਉਣਾ ਚਾਹੁੰਦੀ ਸੀ, ਆਪਣਾ ਮਨ ਵੀ ਪਰਚਾਉਣਾ ਚਾਹੁੰਦੀ ਸੀ, ਤੇ ਤਾਂ ਇਹ ਕਢਾਈਆਂ ਸ਼ੁਰੂ ਹੋਈਆਂ। ਹੁਣ ਕਾਂਥਾ ਜਿਹੜੀ ਹੈਗੀ ਹੈ ਬੰਗਾਲ ਦੀ, ਜੀ, ਉਹਦੀ ਕਢਾਈ ਜਿਹੜੀ ਹੈਗੀ ਹੈ, ਅਗਰ ਤੁਸੀਂ ਮੈਂ ਤੁਹਾਨੂੰ ਸੈਂਪਲ ਦਿਖਾਵਾਂ ਜੋ ਅਸੀਂ ਵਿਰਾਸਤੀ ਕਾਂਥਾ ਬਣਾਈ ਹੈ, ਉਹਦੇ ਜਿਹੜੀ ਇਹਨਾਂ ਦੀ ਚਿੱਟੀਆਂ ਸਾੜੀਆਂ ਹੁੰਦੀਆਂ ਸੀਗੀਆਂ, ਹਾਂਜੀ, ਬੰਗਾਲੀ ਚਿੱਟੀਆਂ ਸੂਤ ਦੀਆਂ ਸਾੜੀਆਂ ਪਾਉਂਦੇ, ਬਿਲਕੁਲ। ਤੇ ਉੱਥੇ ਇੰਨੀ ਗਰੀਬੀ ਹੁੰਦੀ ਸੀ ਕਿ ਅਗਰ ਇਹ ਦੇਖੋ, ਇਹ 4 ਸਾੜੀਆਂ ਦੇ ਮਤਲਬ ਪੀਸ ਲੈ ਕੇ ਉਹਨਾਂ ਨੂੰ 4 ਵਾਰੀ ਤੈ ਲਗਾ ਕੇ ਤੈ ਲਾ ਲਈ, ਔਰ ਫਿਰ ਉਹਨੂੰ ਦੇਖੋ ਬਾਹਰ ਜੋ ਤੁਸੀਂ ਕੁਇਲਟਿੰਗ ਦੀ ਗੱਲ ਕਰ ਰਹੇ ਸੀ, ਇਹ ਟਾਂਕੇ ਨਾਲ ਭਰਿਆ ਗਿਆ, ਹੱਥ ਦੇ ਟਾਂਕੇ ਨਾਲ, ਬਿਲਕੁਲ। ਔਰ ਉਹਦੇ ਉੱਤੇ ਫਿਰ ਜੋ ਆਮ ਜੀਵਨ ਦੇ ਕੋਈ ਉਹਨਾਂ ਦੇ ਸ਼ੌਕ ਦੇ ਉਹ ਹੁੰਦੇ ਸੀ, ਉਹ ਬਣਾਏ ਜਾਂਦੇ ਸੀਗੇ। ਤੋ ਇਹ ਵੀ ਸਿਫਤ ਦਾ ਘਰ ਸੀ। ਈਵਨ ਜਿਹੜਾ ਧਾਗਾ ਲਿੱਤਾ ਜਾਂਦਾ ਸੀ, ਉਹ ਸਾੜੀ ਦਾ ਜਿਹੜਾ ਲਾਲ ਬਾਰਡਰ ਹੁੰਦਾ ਸੀ, ਨੀਲਾ ਬਾਰਡਰ, ਉਹਦੇ ਵਿੱਚੋਂ ਧਾਗਾ ਕੱਢ ਕੇ ਬਣਾਇਆ ਜਾਂਦਾ ਸੀ। ਮਤਲਬ ਇਹ ਇੱਕ ਕਹਿ ਲੋ ਕਿ ਤੁਹਾਡੇ ਫਾਈਨੈਂਸ਼ੀਅਲ ਆਰਥਿਕ ਹਾਲਾਤਾਂ ਤੋਂ ਕਢਾਈ ਸ਼ੁਰੂ ਹੋਈ ਹੈ, ਜਿਹੜੀ ਕਿ ਅੱਜਕੱਲ ਬਹੁਤ ਸੋਹਣਾ ਰੂਪ ਧਾਰਨ ਕਰ ਗਈ। 4-5 ਕੱਪੜੇ ਪਾਟ ਕੇ ਉਹਨਾਂ ਨੂੰ ਜੋੜ ਕੇ, ਬਿਲਕੁਲ ਉਸੇ ਇੱਕ ਸਾੜੀ ਨੂੰ ਜੋੜ ਕੇ ਤੇ ਬੱਚੇ ਦੀ ਝੂਲੇ ਪਾਲਣੇ ਚ ਪਾਉਣ ਵਾਸਤੇ ਉਹ ਕੱਪੜਾ ਬਣਾ ਦਿੰਦੇ ਸੀ, ਕਿਸੇ ਆਪਣੀ ਕਿਤਾਬ ਨੂੰ ਢੱਕਣ ਵਾਸਤੇ ਥੈਲਾ ਬਣਾ ਲਿਆ। ਇਸ ਤਰੀਕੇ ਦੀ ਆਮ ਜ਼ਿੰਦਗੀ ਦੀ ਚੀਜ਼ਾਂ ਨੂੰ ਉਹ ਬਣਾਉਂਦੇ ਸੀ। ਥੈਲੇ ਤੋਂ ਮੈਨੂੰ ਯਾਦ ਆਇਆ, ਦਸਤੂਤੀ ਦੇ ਥੈਲੇ ਵੀ ਬਹੁਤ ਚੱਲਦੇ ਹੁੰਦੇ ਸੀ ਕਿਸੇ ਟਾਈਮ, ਹਨਾ? ਬਿਲਕੁਲ। ਹੁਣ ਜਿਹੜੀਆਂ ਅੱਜ ਦੀਆਂ ਫਿਲਮਾਂ 'ਚ ਜਦੋਂ ਪੁਰਾਣਾ ਪੰਜਾਬ ਦਿਖਾਉਂਦੇ ਆ ਤੇ ਝੋਲਾ ਦਿਖਾਉਂਦੇ ਜੇ ਤੇ ਦਸਤੂਤ ਕੀਤਾ ਹੁੰਦਾ, ਇਹ ਸ਼ਾਲ ਹੈ, ਇਹ ਸਟੋਲ ਹੈ। ਹੁਣ ਮੈਂ ਦੱਸ ਰਹੀ ਹਾਂ ਕਿ ਜਿਵੇਂ ਨਵਾਂ ਸਰੂਪ ਆ ਗਿਆ, ਇਹ ਕਾਂਥਾ ਦੀ ਕਢਾਈ ਹੈ ਔਰ ਇਹ ਸਿਲਕ ਫੈਬਰਿਕ ਤੇ। ਅਸੀਂ ਕਹਿ ਰਹੇ ਸੀ ਕਿ ਸੂਤੀ ਕਢਾਈ ਹੁੰਦੀ ਹੈ, ਸੂਤ ਤੇ ਹੁੰਦੀ ਹੈ, ਲੇਕਿਨ ਅੱਜ ਇਹਦਾ ਨਵਾਂ ਸਰੂਪ ਹੈ ਕਿ ਇਹ ਕਿਹਦੇ ਉੱਤੇ ਕੀਤੀ ਗਈ ਹੈ? ਸਿਲਕ, ਟਸਰ ਸਿਲਕ ਦੇ ਉੱਤੇ ਹੈ। ਤੇ ਇਹ 2 ਕਲਚਰਸ ਦੀ ਕਹਿ ਲਓ ਵਿਆਹ ਹੋ ਗਿਆ, ਮਿਕਸ ਹੋ ਗਿਆ, ਹੈ ਨਾ? ਤੇ ਇਹੀ ਭਾਰਤ ਵਰਸ਼ ਦੀ ਸੁੰਦਰਤਾ ਹੈ। ਅਗਰ ਹੁਣ ਕਾਂਥਾ ਦੀ ਗੱਲ ਕਰੀਏ, ਉਹ ਸਟੋਲ ਨਵਾਂ ਸਰੂਪ ਜੋ ਕੁੜੀਆਂ ਲੈਣਾ ਚਾਹੁੰਦੀਆਂ ਜੀ। ਇਹ ਦੁਪੱਟਾ, ਹੁਣ ਦੁਪੱਟੇ 'ਚ ਵੀ ਦੇਖੋਗੇ ਜਿਵੇਂ ਇੰਜ ਲੱਗਦਾ ਹੈ, ਖੋਲ ਕੇ ਦੇਖੋ ਕਿ ਕਹਾਣੀ ਦੱਸੀ ਗਈ ਹੈ, ਪੂਰੀ ਕਹਾਣੀ। ਮੈਂ ਅਕਸਰ ਨੋਟ ਇਸ ਚੀਜ਼ ਨੂੰ ਧਿਆਨ ਵਿੱਚ, ਇਹ ਪੂਰੀ ਕਹਾਣੀ ਦੱਸਦੇ ਨੇ ਕਾਂਥਾ ਦੇ ਵਿੱਚ ਨਾ ਜੀ। ਤੇ ਉੱਥੋਂ ਦਾ ਰਿਵਾਜ ਹੈ। ਆ ਪਿੱਛੇ ਦੁਪੱਟਾ ਲਾਇਆ ਹੋਇਆ, ਹਾਂ, ਮੈਂ ਤਾਂ ਲਾਇਆ ਸੀ ਕਿ ਇਹਦੇ ਧਾਗੇ ਮੈਂ ਜਿਵੇਂ ਤੁਹਾਨੂੰ ਕਿਹਾ ਅੜਨਗੇ ਤੇ ਖਰਾਬ ਹੋ ਜਾਏਗਾ, ਤੇ ਨੈਟ ਦਾ ਇਸਤੇਮਾਲ ਕਰ ਸਕਦੇ ਹਾਂ ਉਹਨੂੰ ਬਚਾਉਣ ਵਾਸਤੇ। ਠੀਕ ਹੈ ਜੀ। ਜੀ, ਤੇ ਇਹ ਦੇਖੋ ਪੂਰੀ ਕਹਾਣੀ ਵਾਂਗੂ, ਪੂਰੇ ਕਹਾਣੀ ਇਹਦੇ 'ਚ ਸ਼ੇਰ, ਚੀਤੇ, ਅਲੱਗ-ਅਲੱਗ ਜਾਨਵਰ ਦਿਖਾਏ ਗਏ ਹੈ, ਵਿੱਚ ਪੂਰਾ ਮੰਡਲਾ ਡਿਜ਼ਾਈਨ ਬਣਾਇਆ ਗਿਆ ਹੈ। ਸੋ ਇਹਦੇ 'ਚ ਇਸ ਤਰ੍ਹਾਂ ਕਈਆਂ 'ਚ ਤੇ ਪੂਰੀ ਕਹਾਣੀ ਦੱਸੀ ਗਈ ਹੁੰਦੀ ਹੈ। ਈਵਨ ਕਸ਼ਮੀਰ 'ਚ ਅਗਰ ਤੁਸੀਂ ਦੇਖੋਗੇ, ਇਦਾਂ ਘੁਮਾਈਏ, ਹਾਥੀ ਨਾ ਉਲਟੇ ਹੋ ਗਏ ਜੀ, ਇਦਾਂ ਘੁਮਾਈਏ ਜੀ। ਹਾਂਜੀ, ਆ ਦੇਖੋ ਨਾ ਉੱਪਰ ਹਾਥੀ ਜਿਹੜੇ ਹੁਣ ਹਾਥੀ ਬਿਲਕੁਲ ਸਹੀ ਨਜ਼ਰ ਆ ਰਹੇ ਹੈ, ਬਿਲਕੁਲ। ਆ ਦੇਖੋ, ਹਾਂਜੀ, ਤੇ ਇਹ ਚੀਜ਼ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਹਰ ਤਰੀਕੇ ਨਾਲ। ਇਹਦੇ ਵਿੱਚ ਵੀ ਹੁਣ ਵਿਚਕਾਰ ਤੁਸੀਂ ਦੇਖੋਗੇ ਟਾਂਕੇ ਹੀ ਲੱਗੇ ਹੋਏ ਆ ਕਿਤੇ ਵੀ। ਇੱਕ ਮੈਂ ਹੋਰ ਚੀਜ਼ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਹਰ ਹੱਥ ਨਾਲ ਕੀਤਾ ਹੋਇਆ ਕੰਮ ਹੈ, ਪਰ ਇਹ ਕੋਲੋਂ ਦੇਖਣ ਤੇ ਪਤਾ ਲੱਗਦਾ ਹੈ ਕਿ ਕੋਈ ਵੀ ਧਾਗਾ ਉੱਪਰ ਨੀਚੇ ਨਹੀਂ ਹੈਗਾ, ਨਹੀਂ ਹੈ। ਇੰਨੀ ਕੁ ਜ਼ਿਆਦਾ ਕਾਰੀਗਰ ਦੀ ਮਿਹਨਤ ਔਰ ਕਮਾਲ ਦੀ ਉਸਦੀ ਕਲਾ ਆ ਕਿ ਕੋਈ ਇਦਾਂ ਨਹੀਂ ਹੈਗਾ ਕਿ ਆਹ ਹਾਥੀ ਵੱਡਾ ਆ ਤੇ ਉਹ ਹਾਥੀ ਛੋਟਾ ਆ, ਆਹ ਟਾਂਕੇ 4 ਵੱਧ ਨੇ ਤੇ ਆਹ ਘੱਟ ਨੇ, ਨਹੀਂ, ਬਿਲਕੁਲ ਸਭ ਕੁਝ ਬਰਾਬਰ ਹੈ। ਹੁਣ ਤੁਸੀਂ ਅਗਰ ਇਹਦੀ ਗੱਲ ਕੀਤੀ ਹੈ ਤੇ ਇਹਦਾ ਡਿਜ਼ਾਈਨ ਜਿਹੜਾ ਬਣਾਉਂਦਾ ਉਹਨੂੰ ਨਕਾਸ਼ ਕਹਿੰਦੇ ਆ।
ਅੱਛਾ ਜੀ। ਜਿਹੜਾ ਕਸ਼ਮੀਰ ਵਿੱਚ ਕਢਾਈ ਨੂੰ ਪਹਿਲੇ ਛਾਪਾ ਮਾਰਦਾ ਉਹਨੂੰ ਨਕਾਸ਼ਬੰਦ ਕਹਿੰਦੇ ਆ। ਉਹ ਸਭ ਤੋਂ ਵੱਡਾ ਕਾਰੀਗਰ ਮੰਨਿਆ ਜਾਂਦਾ ਹੈ ਕਿਉਂਕਿ ਉਹ ਡਿਜ਼ਾਈਨ ਦੇ ਰਿਹਾ ਤੇ ਉਹ ਛਾਪਾ ਲਗਾ ਕੇ ਨੀਲ ਦੇ ਨਾਲ ਪਹਿਲੇ ਛਾਪੇ ਲੱਗਦੇ ਸੀਗੇ ਹੈ ਨਾ, ਤੇ ਉਹਦੇ ਨਾਲ ਛਾਪਾ ਲਗਾਉਂਦਾ ਸੀ। ਇੱਕ ਹੋਰ ਮਜ਼ੇਦਾਰ ਗੱਲ ਦੱਸਾਂਗੀ, ਹਰ ਪ੍ਰਾਂਤ ਵਿੱਚ ਜੋ ਮੋਟਿਵਸ ਹੈ, ਜੋ ਕੀ ਚੀਜ਼ ਕੱਢੀ ਗਈ ਹੈ, ਉਹ ਬੜੀ ਮਜ਼ੇਦਾਰ ਹੈ। ਜਿਵੇਂ ਹੁਣ ਕਸ਼ਮੀਰ ਵਿੱਚ ਦੇਖੋਗੇ ਤੇ ਜ਼ਿਆਦਾਤਰ ਉੱਥੇ ਜਿਹੜੇ ਕਾਰੀਗਰ ਹੈ ਉਹ ਮੁਸਲਿਮ ਹੈਗੇ ਜੀ, ਤੇ ਮੁਸਲਿਮ ਲੋਕ ਜ਼ਿਆਦਾਤਰ ਮਤਲਬ ਮਨੁੱਖ ਨਹੀਂ ਦਰਸਾਉਂਦੇ, ਉਹ ਬਣਾਉਣਗੇ ਪੱਤੇ ਫੁੱਲ, ਮਤਲਬ ਹੋਰ ਇਸ ਤਰੀਕੇ ਦੀ ਪਹਾੜ ਖੂਬਸੂਰਤੀ ਜਿਹੜੀ ਰੱਬ ਨੇ ਦਿੱਤੀ ਹੈ। ਈਵਨ ਅੰਗੂਰ ਸੇਬ ਇਹ ਵੀ ਬਣਾ ਦੇਣਗੇ। ਚਿਨਾਰ ਦਾ ਪੱਤਾ ਉੱਥੇ ਦਾ ਬਹੁਤ ਖਾਸ ਫੇਮਸ ਹੈ। ਪਰ ਕੁਝ ਸਿਰਫ ਸ਼ਾਲਸ ਹੈਗੇ ਜਿਨ੍ਹਾਂ ਨੂੰ ਅਸੀਂ ਸ਼ਿਕਾਰਗਾਹ ਸ਼ਾਲ ਕਹਿੰਦੇ ਆ, ਜਿਹਦੇ 'ਚ ਸ਼ਿਕਾਰ ਦਾ ਸੀਨ ਦਿਖਾਇਆ ਜਾਂਦਾ ਹੈ, ਜਾਂ ਮੈਪ ਸ਼ਾਲ ਹੁੰਦੇ ਆ ਜਿਹਦੇ 'ਚ ਕਸ਼ਮੀਰ ਦਾ ਮੈਪ ਦਿਖਾਇਆ ਗਿਆ ਤੇ ਉਹਦੇ ਵਿੱਚ ਕਿਤੇ ਕਿਤੇ ਤੁਹਾਨੂੰ ਕਦੀ ਕੋਈ ਇਨਸਾਨੀ ਸ਼ਕਲ ਨਜ਼ਰ ਆਏਗੀ। ਪਰ ਅਗਰ ਤੁਸੀਂ ਬਾਕੀ ਥਾਵਾਂ ਦੀ ਗੱਲ ਕਰੋ, ਖਾਸ ਤੌਰ ਤੇ ਕਾਂਥਾ 'ਚ ਇਨਸਾਨ ਬਹੁਤ ਜ਼ਿਆਦਾ ਨਜ਼ਰ ਆਉਂਦੇ। ਉਹਦੇ 'ਚ ਖਾਸ ਤੌਰ ਤੇ ਰਾਸ ਲੀਲਾ ਦਿਖਾਈ ਜਾਂਦੀ ਹੈ, ਕ੍ਰਿਸ਼ਨ ਜੀ ਔਰ ਗੋਪੀਆਂ ਦਾ ਮੰਡਲਾ 'ਚ ਡਿਜ਼ਾਈਨ ਕਰਦੇ ਹੋਏ, ਆਮ ਤੀਵੀਆਂ ਘਰ 'ਚ ਮਸਾਲੇ ਕੁੱਟਦੀਆਂ ਹੋਈਆਂ, ਮੱਛਲੀ ਬਣਾਉਂਦੀਆਂ ਹੋਈਆਂ। ਮੇਰੇ ਕੋਲ ਇੱਕ ਹੈ ਦੁਪੱਟਾ, ਉਹ ਕਾਂਥਾ ਦਾ ਹੀ ਹੈ। ਇਹ ਸਵਾਲ ਵੀ ਬਣ ਜਾਂਦਾ ਤੇ ਗੱਲ ਵੀ ਬਣ ਜਾਂਦੀ। ਉਹਦੇ 'ਚ ਉਹਨਾਂ ਨੇ ਕੀ ਕੀਤਾ ਹੋਇਆ, ਪ੍ਰਿੰਟ ਹੈ ਜਿਸ ਦੇ ਵਿੱਚ ਇੱਕ ਡੋਲੀ ਜਾ ਰਹੀ ਆ ਤੇ ਨਾਲ ਲੜਕੀਆਂ ਤੁਰੀਆਂ ਹੋਈਆਂ, ਇਦਾਂ ਕੁੜੀਆਂ ਦੀਆਂ ਸਕਰਟਸ ਨੂੰ ਪ੍ਰੋਪਰ ਉਹਨਾਂ ਨੇ ਪੇਂਟ ਕਰਕੇ ਦਿਖਾਇਆ ਹੋਇਆ ਤੇ ਜਿਹੜੇ ਉਹਦੇ ਖੂੰਜੇ ਆ ਨਾ ਉਹ ਕਾਂਥਾ ਦੇ ਧਾਗੇ ਨਾਲ ਕੱਢੇ ਹੋਏ ਆ। ਇਹ ਵੀ ਚੀਜ਼ ਹੁਣ ਬਹੁਤ ਆਉਣ ਲੱਗ ਗਈ ਨਾ ਕਿ ਵਿੱਚ ਵਿੱਚ ਤੁਹਾਨੂੰ ਕਢਾਈ ਕਰ ਦੇਣੀ, ਵਿੱਚ ਵਿੱਚ ਉਹਨਾਂ ਨੇ ਪ੍ਰਿੰਟ ਕਰ ਦੇਣਾ। ਇਹ ਵਧੀਆ ਹੋ ਰਿਹਾ ਕਿ ਮਾੜਾ ਹੋ ਰਿਹਾ? ਮੈਨੂੰ ਲੱਗ ਰਿਹਾ ਕਿ ਬਰੁਣ, ਜਿਵੇਂ ਮੈਂ ਤੁਹਾਨੂੰ ਦਿਖਾਈ ਬਾਕੀ ਚੀਜ਼ਾਂ ਵੀ ਡੈਨਿਮ ਨਾਲ ਵੀ ਦਿਖਾਇਆ ਕਿ ਆਪਣੀ ਕਢਾਈ ਨੂੰ ਬਚਾਉਣਾ ਜ਼ਰੂਰੀ ਹੈ। ਅਗਰ ਉਹਦੇ 'ਚ ਥੋੜਾ ਜਿਹਾ ਕੁਝ ਮਿਲਾਵਟ ਕਰ ਰਹੇ ਆ, ਪਰ ਅਗਰ ਉਹ ਅੱਛੇ ਵਾਸਤੇ ਹੋ ਰਹੀ ਹੈ, ਆਪਣੇ ਜਿਹੜਾ ਵਿਰਾਸਤ ਹੈ ਉਹਨੂੰ ਜੀਵਿਤ ਰੱਖਣ ਵਾਸਤੇ ਹੋ ਰਹੀ ਹੈ, ਤੇ ਮੈਨੂੰ ਲੱਗ ਰਿਹਾ ਕਿ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ। ਅਗਰ ਹੁਣ ਤੁਸੀਂ ਗੱਲ ਕੀਤੀ ਸੀ ਕਿ ਪੁਰਾਣੀ ਚੀਜ਼ ਜਿਵੇਂ ਇਸਤੇਮਾਲ ਕੀਤੀ ਨਾਲ, ਤੇ ਮੈਂ ਇੱਕ ਆਪਣੇ ਦਰਸ਼ਕਾਂ ਨੂੰ ਬੜਾ ਅੱਛਾ ਆਈਡੀਆ ਦੇਣਾ ਚਾਹਾਂਗੀ ਕਾਂਥਾ ਦੀ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਔਰ ਤੁਹਾਨੂੰ ਪਤਾ ਹੈ ਸਸਟੇਨੇਬਿਲਿਟੀ ਮੇਰਾ ਪੈਸ਼ਨ ਹੈ ਦੂਸਰਾ, ਤੇ ਜਦੋਂ ਇੱਕ ਪੈਸ਼ਨ ਦੂਸਰੇ ਪੈਸ਼ਨ ਨੂੰ ਮਿਲਦਾ ਹੈ, ਤੇ ਅਗਰ ਇਹ ਆਪਾਂ ਜ਼ੂਮ ਕਰਕੇ ਦੇਖੀਏ ਤੇ ਇਹ 2 ਰੇਸ਼ਮੀ ਸਾੜੀਆਂ ਹੈ। ਅੱਛਾ ਜੀ। ਇਹ ਕਾਲੇ ਰੰਗ ਦੀ ਸਾੜੀ ਸੀਗੀ ਔਰ ਇਹ ਪੀਲੇ ਰੰਗ ਦੀ ਅਲੱਗ ਸਾੜੀ ਸੀਗੀ, ਦੋਨੋਂ ਪਾਟ ਗਈਆਂ ਜੀ। ਇੱਕ ਨੂੰ ਇੱਕ ਪਾਸੇ ਦੂਸਰੇ ਨੂੰ ਦੂਸਰੇ ਪਾਸੇ ਲਗਾ ਕੇ ਕਾਂਥਾ ਦੇ ਟਾਂਕੇ ਨਾਲ ਜੋੜਿਆ ਗਿਆ। ਅੱਛਾ ਜੀ, ਬਹੁਤ ਖੂਬੇ। ਮੈਨੂੰ ਲੱਗਦਾ ਫਿਰ ਸਟਾਲ ਬਣ ਗਿਆ। ਬਿਲਕੁਲ, ਇਹ ਨਵਾਂ ਸਟਾਲ ਔਰ ਨਾਲੇ ਨਿੱਘਾ, ਔਰ ਤੁਹਾਡੇ ਸਟੂਡੀਓ 'ਚ ਠੰਡ ਬੜੀ ਹੈ, ਮੈਨੂੰ ਤੇ ਲੱਗ ਰਿਹਾ ਮੈਂ ਹੁਣੇ ਹੀ ਲੈ ਲਵਾਂ ਤੇ ਇਹ ਸੋਨਾ ਬਣ ਜਾਂਦਾ ਇਸ ਤਰੀਕੇ ਨਾਲ। ਤੇ ਇਹ ਇੱਕ ਆਈਡੀਆ ਮੈਂ ਦੇਣਾ ਚਾਹੁੰਦੀ ਹਾਂ ਸਾਰੇ ਦਰਸ਼ਕਾਂ ਨੂੰ ਕਿ ਅਗਰ ਤੁਹਾਡੇ ਕੋਲ ਕੋਈ ਪੁਰਾਣੀ ਚੀਜ਼ ਹੈ ਤੇ ਕਢਾਈ ਦੀ ਮਦਦ ਨਾਲ, ਔਰ ਕਾਂਥਾ ਦਾ ਟਾਂਕਾ ਬੜਾ ਹੀ ਸਿੱਧਾ ਹੈ, ਸਿਰਫ ਕੱਚਾ ਟਾਂਕਾ ਜਿਹਨੂੰ ਆਪਾਂ ਕਹਿੰਦੇ ਹੈ ਨਾ, ਫਾਲ ਲਗਾਉਣ ਵਾਸਤੇ ਜਾਂ ਕਿਸੇ ਵੀ ਚੀਜ਼ ਨੂੰ ਜੋੜਨ ਵਾਸਤੇ, ਤੇ ਉਹ ਕੋਈ ਵੀ ਬੜੀ ਆਸਾਨੀ ਨਾਲ ਲਗਾ ਸਕਦਾ ਹੈ। ਤੇ ਇਹ ਘਰ ਬੈਠੇ ਤੁਸੀਂ ਆਪਣੀ ਇੱਕ ਪੁਰਾਣੀ ਪਾਟੀ ਹੋਈ ਚੀਜ਼ ਨੂੰ ਇੱਕ ਨਵਾਂ ਜੀਵਨ ਦੇ ਸਕਦੇ ਹੋ। ਔਰ ਇਹ ਹੈ ਕਿ ਤੁਸੀਂ ਚਲੋ ਕਿਸੇ ਕਾਰੀਗਰ ਤੋਂ ਵੀ ਕਰਾਓਗੇ ਤਾਂ ਤੁਸੀਂ, ਇੱਕ ਤਾਂ ਨਾ ਅੱਜ ਕੱਲ ਸਾਰਿਆਂ ਨੂੰ ਇਹ ਬੜੀ ਦਿੱਕਤ ਹੁੰਦੀ ਹੈ ਕਿ ਅਸੀਂ ਕਿਤੇ ਵੀ ਜਾਂਦੇ ਹਾਂ ਅਸੀਂ ਅਲੱਗ ਲੱਗੀਏ, ਸਾਡਾ ਕੁਝ ਅਲੱਗ ਹੋਣਾ ਚਾਹੀਦਾ। ਹਰ ਚੀਜ਼ ਦੀ ਡਿਮਾਂਡ ਵੱਧ ਗਈ, ਜਿਸ ਦੇ ਨਾਲ ਫੈਸ਼ਨ ਪੋਲਿਊਸ਼ਨ, ਆਪਾਂ ਕਈ ਵਾਰੀ ਗੱਲ ਵੀ ਕੀਤੀ ਹੈ ਨਾ, ਸੋ ਅਲੱਗ ਵੀ ਲੱਗਣਗੇ, ਤੁਸੀਂ ਸੋਹਣੇ ਵੀ ਲੱਗੋਗੇ। ਪਰ ਕਈ ਵਾਰੀ ਨਾ ਸਾਨੂੰ ਕਈ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਮੈਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪਹਿਲਾ ਸਵਾਲ ਇਹ ਪੁੱਛਿਆ ਸੀਗਾ ਕਿ ਪਤਾ ਕਿੱਦਾਂ ਲੱਗੇ ਹੱਥ ਹੈ ਇੱਕ ਮਸ਼ੀਨ ਹੈ, ਪਰ ਮੈਂ ਕੋਈ ਡਾਕੂਮੈਂਟਰੀ ਦੇਖ ਰਹੀ ਸੀ, ਉਸ ਦੇ ਵਿੱਚ ਜਿਹੜੀ ਲੜਕੀ ਨੇ ਉਹ ਸਰਚ ਕੀਤੀ ਹੈ, ਉਹ ਦੱਸ ਰਹੀ ਹੈ ਕਿ ਲਖਨਊ ਦੀ ਕਢਾਈ, ਜਿਹਨੂੰ ਆਪਾਂ ਚਿਕਨਕਾਰੀ ਵੀ ਕਹਿੰਦੇ ਆ, ਬਾਜ਼ਾਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਗਰਮੀਆਂ ਨੂੰ ਵਿਕਦੀ ਹੈ। ਪਰ ਸਾਰੇ ਕਾਰੀਗਰ ਕਹਿੰਦੇ ਰਹਿੰਦੇ ਨੇ ਜੀ ਇਹ ਮਸ਼ੀਨ ਦੀ ਹੈ, ਇਹ ਹੱਥ ਦੀ ਹੈ, ਇਹ ਮਸ਼ੀਨ ਦੀ ਹੈ। ਪਰ ਉਹ ਡਾਕੂਮੈਂਟਰੀ ਦੱਸਦੀ ਹੈ ਕਿ ਚਿਕਨਕਾਰੀ ਦਾ ਕਨਸੈਪਟ ਕਹਿਣਾ ਕਿ ਇਹ ਮਸ਼ੀਨ ਦਾ ਉਹੀ ਗਲਤ ਹੈ। ਬਿਲਕੁਲ, ਇਹਦੇ ਬਾਰੇ ਚੰਗੀ ਤਰ੍ਹਾਂ ਦੱਸ ਦਿਓ। ਮਸ਼ੀਨ ਤੇ ਜਿਹੜੀ ਚਿਕਨਕਾਰੀ ਦੀ ਬਣਾਵਟ ਕੀਤੀ ਜਾਂਦੀ ਹੈ, ਉਹਦੀ ਨਕਲ ਕੀਤੀ ਜਾਂਦੀ ਹੈ, ਉਹ ਕਦੀ ਵੀ, ਹੁਣ ਮੇਰੇ ਕੋਲ ਚਿਕਨਕਾਰੀ ਦੀ ਇੱਕ ਸਾੜੀ ਹੈ ਇੱਥੇ, ਮੈਂ ਤੁਹਾਨੂੰ ਦਿਖਾਉਂਦੀ ਆ ਜੀ। ਇਹਦੇ ਵਿੱਚ ਅਗਰ ਤੁਸੀਂ ਦੇਖੋਗੇ, ਇਹਦੇ ਵਿੱਚ ਵੀ 4-5 ਤਰੀਕੇ ਦੇ ਟਾਂਕੇ ਆਉਂਦੇ ਆ, ਠੀਕ ਹੈ, ਤੇ ਇਹਦੇ ਵਿੱਚ ਵੀ ਇਹ ਜਾਲੀ ਵਰਕ ਹੈ, ਭਰਵਾਂ ਵਰਕ ਹੈ, ਔਰ ਫਿਲਿੰਗ ਸਟਿਚ ਹੈ, ਹੈਰਿੰਗ ਬੋਨ ਜਿਹਨੂੰ ਅਸੀਂ ਕਹਿੰਦੇ ਮੱਛੀ ਟਾਂਕਾ ਆਪਣੇ ਪੰਜਾਬ ਵਿੱਚ, ਉਹ ਵੀ ਕੀਤਾ ਗਿਆ। ਤੇ ਦੂਸਰਾ, ਹੁਣ ਜੋ ਗੱਲ ਅਸੀਂ ਕੀਤੀ ਸੀ, ਇਹਦੇ ਪਿੱਛੇ ਅਗਰ ਇਹ ਹੱਥ ਨਾਲ ਬਣਿਆ ਤੇ ਤੁਹਾਨੂੰ ਕਿਤੇ ਨਾ ਕਿਤੇ ਗੰਡਾ ਨਜ਼ਰ ਆਣ ਗਿਆ, ਬਿਲਕੁਲ ਹੈ ਨਾ, ਉਹੀ ਚੀਜ਼ ਸਾਹਮਣੇ ਆਂਦੀ ਹੈ। ਪਰ ਜੋ ਮਸ਼ੀਨੀ ਹੋਏਗਾ ਉਹਦੇ ਵਿੱਚ
ਤੁਹਾਨੂੰ ਗੰਢਾ ਨਜ਼ਰ ਨਹੀਂ ਆਣਗੀਆਂ। ਮਸ਼ੀਨ ਤੇ ਚਿਕਨਕਾਰੀ ਹੋ ਸਕਦੀ ਹੈ? ਚਿਕਨਕਾਰੀ ਦੀ ਨਕਲ ਹੋ ਸਕਦੀ ਹੈ ਪਰ ਚਿਕਨਕਾਰੀ ਨਹੀਂ ਹੋ ਸਕਦੀ। ਫੁਲਕਾਰੀ ਤਾਂ ਜਿੱਦਾਂ ਮਸ਼ੀਨ ਤੇ ਹੋ ਜਾਂਦੀ ਹੈ। ਹਾਂਜੀ ਹਾਂਜੀ, ਪਰ ਉਹ ਵੀ ਸਹੀ ਅਸਲੀ ਮਾਇਨੇ 'ਚ ਫੁਲਕਾਰੀ ਨਹੀਂ ਹੈ, ਉਹਦੀ ਨਕਲ ਹੈ। ਔਰ ਨਕਲ ਕਦੀ ਅਸਲ ਤੋਂ ਅੱਛੀ ਨਹੀਂ ਹੋ ਸਕਦੀ। ਉਹ ਜਿਵੇਂ ਕਹਿ ਲਓ ਕਿ ਸਸਤਾ ਇੱਕ ਸਰੂਪ ਹੈ, ਤੁਸੀਂ ਆਪਣੇ ਮਨ ਨੂੰ ਪਰਚਾ ਲਿਆ, ਪਰ ਉਹ ਅਸਲੀ ਵਿਰਾਸਤੀ ਚੀਜ਼ ਨਹੀਂ ਹੈ। ਇਹ ਚਿਕਨਕਾਰੀ ਦੀ ਥੋੜੀ ਬੈਕਗ੍ਰਾਉਂਡ ਪਤਾ ਲੱਗ ਸਕਦੀ ਹੈ ਕਿ ਕਿੱਦਾਂ ਹਾਂਜੀ, ਲਖਨਊ ਵਿੱਚ ਸ਼ੁਰੂ ਹੋਈ ਹੈ। ਇਹਦੇ ਵਿੱਚ ਵੀ 5-7 ਤਰੀਕੇ ਦੇ ਟਾਂਕੇ ਹੈ। ਅਗਰ ਤੁਸੀਂ ਬੈਕਗ੍ਰਾਉਂਡ ਦੀ ਗੱਲ ਕੀਤੀ ਹੈ ਤੇ ਚਿਕਨਕਾਰੀ ਜਿਹੜੀ ਅਸਲੀ ਹੁੰਦੀ ਸੀ, ਬਿਲਕੁਲ ਉਹ ਇਹ ਸੀਗੀ ਅਸਲੀ ਚਿਕਨਕਾਰੀ। ਅਗਰ ਆਪਾਂ ਜ਼ੂਮ ਕਰਕੇ ਦੇਖੀਏ ਜੀ ਤੇ ਇਹਦੇ ਵਿੱਚ ਤੁਸੀਂ ਅਗਰ ਦੇਖੋਗੇ ਤੇ ਇਹ ਸਫੇਦ ਦੇ ਉੱਤੇ ਸਫੇਦ ਹੈ, ਬਿਲਕੁਲ। ਇਹ ਔਰਗੈਂਡੀ ਦੇ ਉੱਤੇ ਸਫੇਦ ਨਾਲ ਸਫੇਦ ਹੀ ਧਾਗਾ ਇਸਤੇਮਾਲ ਕੀਤਾ ਗਿਆ ਸੀ, ਜਿਹਨੂੰ ਕਿ ਇੱਕ ਬਹੁਤ ਹੀ ਮਾਹਿਰ ਸਾਡੇ ਰਿਤੂ ਕੁਮਾਰ ਜੀ ਹੈ, ਉਹਨਾਂ ਨੇ ਮੁਕੈਸ਼ ਨਾਲ ਜੋੜ ਕੇ ਇਹਨੂੰ ਇੱਕ ਨਵਾਂ ਸਰੂਪ ਦਿੱਤਾ। ਸੋ ਪੁਰਾਣੀ ਚਿਕਨਕਾਰੀ ਜਿਹਨੂੰ ਆਪਾਂ ਆਰਕੰਡੀ ਕਹਿੰਦੇ ਸੀ, ਹੈ ਨਾ, ਔਰਗੈਂਡੀ ਆਰਕੰਡੀ, ਉਹ ਉਹਦੇ ਉੱਤੇ ਹੀ ਕੀਤੀ ਜਾਂਦੀ ਸੀ। ਔਰ ਚਿਕਨਕਾਰੀ ਦਾ ਮਤਲਬ ਹੀ ਸੀ ਸਫੇਦ ਦੇ ਉੱਤੇ ਸਫੇਦ। ਅੱਛਾ ਜੀ। ਪਰ ਹੁਣ ਤੁਸੀਂ ਦੇਖ ਰਹੇ ਹੋ, ਮੈਂ ਤੁਹਾਨੂੰ ਗੁਲਾਬੀ ਸਾੜੀ ਦਿਖਾਈ ਔਰ ਕਿਹਾ ਕਿ ਇਹ ਟ੍ਰੈਡੀਸ਼ਨਲ ਸਾੜੀ ਹੈ, ਕਿਉਂਕਿ ਬਦਲਦੇ ਸਮੇਂ ਨਾਲ ਸਾਰੇ ਲੋਕ, ਕਈ ਲੋਕ ਸਫੇਦ ਨੂੰ ਪਾਣਾ ਸੁਖਾਵਾ ਨਹੀਂ ਸਮਝਦੇ, ਹੈ ਨਾ। ਤੇ ਅਗਰ ਨਵੇਂ ਰੰਗਾਂ ਦੇ ਉੱਤੇ ਅਸੀਂ ਉਹੀ ਚੀਜ਼ ਨੂੰ ਦੇਤਾ ਤੇ ਮੈਨੂੰ ਲੱਗਦਾ ਹੈ ਕਿ ਇਹਦੇ 'ਚ ਗਲਤੀ ਨਹੀਂ ਹੈ। ਇੱਕ ਸਭ ਤੋਂ ਵੱਡਾ ਸਵਾਲ ਕਿ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਸ਼ਾਇਦ ਜਿਹੜਾ ਸੂਈ ਧਾਗੇ ਨਾਲ ਕੀਤਾ ਗਿਆ ਕੰਮ ਆ ਉਹੀ ਕਢਾਈ ਹੁੰਦੀ ਆ, ਜਾਂ ਆਰੀ ਨਾਲ ਕੀਤਾ ਗਿਆ ਕੰਮ ਵੀ ਕਢਾਈ ਹੋ ਸਕਦੀ ਹੈ। ਬਿਲਕੁਲ, ਆਰੀ ਨਾਲ ਹੀ ਜ਼ਿਆਦਾਤਰ ਜਿਹੜੀ ਜ਼ਰਦੋਜ਼ੀ ਦੀ ਕਢਾਈ ਹੈ, ਜਿਹੜੀ ਮਤਲਬ ਕਰੂਅਲ ਵਰਕ ਜਿਹੜਾ ਤੁਸੀਂ ਵੀ ਪਾਇਆ ਹੋਇਆ ਬਰੁਣ, ਇਹ ਸਾਰੀ ਜਿਹੜੀ ਕਢਾਈ ਹੈ ਇਹ ਆਰੀ ਨਾਲ ਜਾਂ ਹੁਕਡ ਨੀਡਲ ਜੋ ਕਰੋਸ਼ੇ ਵਾਂਗ ਲੱਗਦੀ ਹੈ ਉਹਦੇ ਨਾਲ ਕੀਤੀ ਜਾਂਦੀ ਹੈ। ਸੋ ਇਹ ਚੇਨ ਸਟਿਚ ਜਿਹੜਾ ਅਗਰ ਹੱਥ ਨਾਲ ਵੀ ਹੋ ਸਕਦਾ ਹੈ ਪਰ ਉਹਦੇ 'ਚ ਬਹੁਤ ਟਾਈਮ ਲੱਗਦਾ ਹੈ, ਲੇਕਿਨ ਅਗਰ ਖੱਡੀ ਦੇ ਉੱਤੇ ਆਰੀ ਨਾਲ ਕੀਤਾ ਜਾਏ ਤੇ ਇਹ ਬਹੁਤ ਤੇਜ਼ ਚੱਲਦਾ ਹੈ। ਜਿਵੇਂ ਸਾਡੇ ਮੋਚੀ ਵੀ ਹੈ, ਉਹ ਵੀ ਇਹੀ ਸਟਿਚ ਟਾਂਕਾ ਇਸਤੇਮਾਲ ਕਰਦੇ ਆ। ਬਹੁਤ ਸਾਰੇ ਲੋਕ ਨਾ ਜ਼ਰੀ ਦੇ ਵਿੱਚ ਵੀ ਬੌਂਦਲ ਜਾਂਦੇ ਆ ਕਿ ਸ਼ਾਪ ਤੇ ਜਾਓ ਕਿ ਇਹ ਜ਼ਰੀ ਆ ਕਿ ਆਰੀ ਆ ਕਿ ਇਹ ਕਢਾਈ ਆ। ਹੁਣ ਜ਼ਰੀ ਦੇਖੋ, ਜ਼ਰੀ ਦਾ ਮਤਲਬ ਹੈ ਕਿ ਪਹਿਲੇ ਜ਼ਮਾਨੇ 'ਚ ਸੁੱਚੇ ਸੋਨੇ ਦੀ ਜਾਂ ਚਾਂਦੀ ਦੀ ਤਾਰ ਰਾਜਾ ਮਹਾਰਾਜਾ ਪਾਉਂਦੇ ਸੀ, ਹੈ ਨਾ। ਜ਼ਰੀ ਤਾਂ ਉੱਥੋਂ ਆਇਆ ਹੈ। ਕਾਲਾ ਬੱਟੂ ਕਿਹਾ ਜਾਂਦਾ ਸੀ, ਵਿੱਚ ਧਾਗਾ ਦਿੱਤਾ ਜਾਂਦਾ ਸੀ, ਉਹਦੇ ਉੱਤੇ ਬਰੀਕ ਵਲੇਟਿਆ ਜਾਂਦਾ ਸੀ ਸੋਨੇ ਦੀ ਜਾਂ ਚਾਂਦੀ ਦੀ ਤਾਰ ਨੂੰ। ਤੇ ਇਹ ਬੁਣਾਈ ਵੇਲੇ ਵੀ ਇਸਤੇਮਾਲ ਹੁੰਦਾ ਸੀ, ਕਢਾਈ 'ਚ ਵੀ, ਜਿਵੇਂ ਮੈਂ ਤੁਹਾਨੂੰ ਕਸ਼ਮੀਰੀ ਕਢਾਈ 'ਚ ਵੀ ਦਿਖਾਇਆ। ਪਰ ਹੁਣ ਜਿਹੜੀ ਜ਼ਰੀ ਹੈ ਉਹ ਸਿੰਥੈਟਿਕ ਹੈ, ਕਿਉਂਕਿ ਸੋਨਾ ਚਾਂਦੀ ਤੁਹਾਨੂੰ ਪਤਾ ਹੈ ਕਿੱਥੇ ਅਰਸ਼ਾਂ ਤੇ ਉਹਨਾਂ ਦੀ ਕੀਮਤਾਂ ਪਹੁੰਚ ਗਈਆਂ। ਤੇ ਪਰ ਜਿਹੜੀ ਤਕਨੀਕ ਹੈ ਉਹ ਤੇ ਜ਼ਿੰਦਾ ਹੈ ਨਾ, ਕਿਉਂਕਿ ਹਰ ਕੋਈ ਹੁਣ ਸੁੱਚੇ ਸੋਨੇ ਜਾਂ ਚਾਂਦੀ ਦੇ ਨਹੀਂ ਪਾ ਸਕਦਾ। ਤੇ ਅਗਰ ਅਸੀਂ ਜ਼ਰੀ ਸਿੰਥੈਟਿਕ ਵਾਲੇ ਨੂੰ ਵੀ ਕਹਿ ਰਹੇ ਹਾਂ ਤੇ ਉਹ ਗਲਤ ਨਹੀਂ ਹੈ, ਕਿਉਂਕਿ ਜਿਹੜੀ ਤਕਨੀਕ ਹੈ, ਜਿਹੜੀ ਕਾਰੀਗਰ ਦੀ ਮਤਲਬ ਮਿਹਨਤ ਹੈ, ਜੋ ਉਹਦਾ ਸਕਿੱਲ ਹੈ, ਜੋ ਉਹਦਾ ਤਰੀਕਾ ਬਣਾਉਣ ਦਾ, ਉਹ ਤੇ ਉਹੀ ਹੈ। ਬਿਲਕੁਲ, ਜਿਵੇਂ ਕਿ ਹੁਣ ਦੇਖੋ ਤੁਸੀਂ, ਹਾਥੀ ਦੰਦ ਬੈਨ ਹੋ ਗਿਆ ਜੀ, ਪਰ ਹਾਥੀ ਦੰਦ ਦੇ ਕਾਰੀਗਰ ਨੂੰ ਆਪਣਾ ਕੰਮ ਮਿਲੀ ਜਾਏ, ਇਹਦੇ ਕਰਕੇ ਉਹਨਾਂ ਨੇ ਕੀ ਕੀਤਾ ਕਿ ਜਦੋਂ ਜਿਹੜੇ ਉੱਥੇ ਰਾਜਸਥਾਨ ਵਿੱਚ ਬਹੁਤ ਜ਼ਿਆਦਾ ਊਂਠ ਹੁੰਦੇ ਆ ਤੇ ਊਂਠ ਜਦੋਂ ਮਰ ਜਾਂਦਾ ਹੈ ਉਹਦੀ ਹੱਡੀਆਂ ਤੇ ਜੇ ਉਹ ਕਾਰੀਗਰੀ ਕੀਤੀ ਜਾਏ ਤੇ ਉਹੀ ਚੀਜ਼ ਨਿਖਰ ਕੇ ਆਉਂਦੀ ਹੈ। ਇਹ ਹੈ ਕਿ ਅਸੀਂ ਆਪਣੇ ਟ੍ਰੈਡੀਸ਼ਨ ਨੂੰ ਜੀਵਿਤ ਰੱਖੀਏ ਔਰ ਜਿਹੜੀਆਂ ਸਾਡੀਆਂ ਰਿਵਾਇਤੀ ਕਢਾਈਆਂ ਨੇ ਉਹਨਾਂ ਨੂੰ ਅਗਾਂਹ ਲੈ ਕੇ ਜਾਈਏ। ਡਾਕਟਰ ਹਰਪ੍ਰੀਤ, ਤੁਹਾਡਾ ਵੀ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਆਉਣ ਦੇ ਲਈ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਜੀ। ਧੰਨਵਾਦ ਜੀ। ਮੇਰੀ ਜੁੱਤੀ ਪੰਜਾਬੀ ਓਏ ਓਏ ਓਏ, ਮੇਰੀ ਜੁੱਤੀ ਪੰਜਾਬੀ ਓਏ ਓਏ, ਪਾਇਆ ਸੂਟ ਗੁਲਾਬੀ ਓਏ ਓਏ ਓਏ, ਮੇਰੀ ਜੁੱਤੀ ਪੰਜਾਬੀ ਓਏ ਓਏ ਓਏ, ਪਾਇਆ ਸੂਟ ਗੁਲਾਬੀ ਓਏ ਓਏ, ਨਸ਼ੇ ਵਾਂਗੂ ਚੜਦੀ ਜਾਵੇ ਹੋ ਅੱਖ ਮੇਰੀ ਲੜਦੀ ਜਾਵੇ, ਨਸ਼ੇ ਵਾਂਗੂ ਚੜਦੀ ਓ ਅੱਖ ਮੇਰੀ ਲੜਦੀ, ਵੇਖ ਕੇ ਅੱਖ ਸ਼ਰਾਬੀ ਓਏ ਹੋਏ ਹੋਏ, ਮੇਰੀ ਜੁੱਤੀ ਪੰਜਾਬੀ ਓਏ ਹੋਏ ਹੋਏ, ਪਾਇਆ ਸੂਟ ਗੁਲਾਬੀ ਓਏ ਹੋਏ ਹੋਏ, ਮੇਰੀ ਜੁੱਤੀ ਪੰਜਾਬੀ ਓਏ ਹੋਏ ਹੋਏ ਹੋਏ, ਓਏ ਹੋਏ ਹੋਏ, ਆ ਫਿਰਦੀ ਏ ਚੋਬਰਾਂ ਦੇ ਸੀਨੇ ਠਾਰਦੀ, ਤੱਕ ਲਾਵੇ ਕੁੜੀ ਜਿਹਨੂੰ ਅੱਖ ਭਰ ਕੇ, ਆ ਫਿਰਦੀ ਏ ਚੋਬਰਾਂ ਦੇ ਸੀਨੇ ਠਾਰਦੀ, ਤੱਕ ਲਾਵੇ ਕੁੜੀ ਜਿਹਨੂੰ ਅੱਖ ਭਰ ਕੇ, ਆ ਗੱਭਰੂ ਨਾ ਕਿਤੇ ਤੇਰੀ ਜੋੜੀ ਬਣ ਜਾਏ, ਵੇਖੂਗਾ
ਨੀ ਪਿੰਡ ਸਾਰਾ ਖੜ ਖੜ ਕੇ ਦਿਲਾਂ ਉੱਤੇ ਨੱਚਦੀ ਜਾਵੇ ਲਾਟ ਵਾਂਗੂ ਮੱਚਦੀ ਜਾਵੇ ਦਿਲਾਂ ਉੱਤੇ ਨੱਚਦੀ ਲਾਟ ਵਾਂਗੂ ਮੱਚਦੀ ਤੁਰੇ ਜਦ ਤੋਰ ਨਵਾਬੀ ਓਏ ਹੋਏ ਹੋਏ ਪੈਰੀ ਜੁੱਤੀ ਪੰਜਾਬੀ ਓਏ ਹੋਏ ਹੋਏ ਪਾਇਆ ਸੂਟ ਗੁਲਾਬੀ ਓਏ ਹੋਏ ਹੋਏ ਪੈਰੀ ਜੁੱਤੀ ਪੰਜਾਬੀ